बच्चों नैक्सट चैप्टर जिहड़ा है अपना वो है क्लास 8 का चैप्टर 7 ठीक है। पौधे ਅਤੇ ਜੰਤੂਆਂ ਦੀ ਸੁਰੱਖਿਆ ਪੌਦੇ ਅਤੇ ਜੰਤੂਆਂ ਦੀ ਸੁਰੱਖਿਆ ਇਹਦੇ ਬਾਰੇ ਵਿੱਚ ਆਪਾਂ ਗੱਲ ਕਰਾਂਗੇ। ਬੇਟਾ ਅਭਿਆਸ ਦਾ ਪਹਿਲਾ ਜਿਹੜਾ ਆਪਣਾ ਕੁਐਸਚਨ ਹੈਗਾ ਉਹ ਹੈਗਾ ਖਾਲੀ ਥਾਵਾਂ ਭਰੋ। ਇਸ ਦੇ ਵਿੱਚ ਓੜਾ ਭਾਗ ਹੈ ਉਹ ਖੇਤਰ ਜਿੱਥੇ ਜਾਨਵਰਾਂ ਨੂੰ ਉਹਨਾਂ ਦੇ ਕੁਦਰਤੀ ਆਵਾਸ ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ ਨੂੰ ਡੈਸ਼ ਕਹਿੰਦੇ ਨੇ। ਕੀ ਕਹਿੰਦੇ ਨੇ? ਜਿੱਥੇ ਜਾਨਵਰਾਂ ਨੂੰ ਉਹਨਾਂ ਦੇ ਕੁਦਰਤੀ ਆਵਾਸ ਸਥਾਨ ਦੇ ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ ਉਹ ਕਹਿਲਾਂਦਾ ਹੈ ਜੰਗਲੀ ਜੀਵ ਰੱਖਾਂ। ਜੰਗਲੀ ਜੀਵ ਰੱਖਾਂ ਬੇਟਾ ਹਾਈਲਾਈਟ ਕਰਕੇ ਦਿਖਾਇਆ ਹੁੰਦਾ ਤੁਹਾਨੂੰ ਤਾਂ ਕਿ ਤੁਸੀਂ ਉਹਨੂੰ ਇੱਕਦਮ ਦੇਖਦੇ ਹੀ ਤੁਹਾਨੂੰ ਪਤਾ ਚੱਲ ਜਾਵੇ ਵੀ ਤੁਹਾਡੀ ਜਿਹੜੀ ਫਿਲ ਇਨ ਦੀ ਬਲੈਂਕਸ ਹੈ ਕਿਸ ਚੀਜ਼ ਦੇ ਨਾਲ ਰਿਲੇਟਡ ਹੈ। ਆੜਾ ਭਾਗ ਬੇਟਾ ਕੀ ਹੈਗਾ? ਉਹ ਪ੍ਰਜਾਤੀਆਂ ਜੋ ਕਿਸੇ ਵਿਸ਼ੇਸ਼ ਖੇਤਰ ਵਿੱਚ ਪਾਈਆਂ ਜਾਂਦੀਆਂ ਹਨ ਨੂੰ ਡੈਸ਼ ਕਹਿੰਦੇ ਹਨ। ਉਹਨਾਂ ਪ੍ਰਜਾਤੀਆਂ ਨੂੰ ਕੀ ਕਹਿੰਦੇ ਨੇ ਜਿਹੜੇ ਕਿਸੇ ਖਾਸ ਖੇਤਰ ਵਿੱਚ ਪਾਈਆਂ ਜਾਂਦੀਆਂ ਨੇ? ਖਾਸ ਸਥਾਨਕ ਪ੍ਰਜਾਤੀਆਂ। ਕੀ ਕਹਿਲਾਉਂਦੀਆਂ ਨੇ ਉਹ? ਖਾਸ ਸਥਾਨਕ ਪ੍ਰਜਾਤੀਆਂ। ਈੜੀ ਭਾਗ ਬੇਟਾ ਕੀ ਹੈਗਾ? ਪ੍ਰਵਾਸੀ ਪੰਛੀ ਆਪਣੇ ਕੁਦਰਤੀ ਆਵਾਸ ਸਥਾਨਾਂ ਤੋਂ ਡੈਸ਼ ਵਿੱਚ ਪਰਿਵਰਤਨ ਦੇ ਕਾਰਨ ਦੂਰ ਦਰਾਡੇ ਸਥਾਨਾਂ ਵੱਲ ਪ੍ਰਵਾਸ ਕਰਦੇ ਹਨ। ਆਪਾਂ ਨੇ ਪੜਿਆ ਸੀ ਵੀ ਪ੍ਰਵਾਸੀ ਪੰਛੀ ਬਹੁਤ ਦੂਰੋਂ ਜਿਹੜਾ ਹੈਗੇ ਨੇ ਪ੍ਰਵਾਸ ਕਰਕੇ ਆਉਂਦੇ ਨੇ। ਉਹ ਕਿੰਨਾ ਕਾਰਨ ਕਰਕੇ, ਕਿਸ ਚੀਜ਼ ਦੇ ਪਰਿਵਰਤਨ ਦੇ ਕਰਕੇ ਕਹਿੰਦਾ ਉਹ ਇੰਨੀ ਦੂਰ ਤੋਂ ਆਉਂਦੇ ਨੇ? ਜਲਵਾਯੂ ਦੇ। ਜਦੋਂ ਉਹਨਾਂ ਦੀ ਜਗ੍ਹਾ ਤੇ ਉਹਨਾਂ ਦੇ ਅਨੁਕੂਲਨ ਜਲਵਾਯੂ ਨਹੀਂ ਹੁੰਦੀ ਤਾਂ ਉਹ ਉਸ ਜਗ੍ਹਾ ਤੋਂ ਜਿਹੜਾ ਹੈਗਾ ਪ੍ਰਵਾਸ ਕਰਕੇ ਦੂਰ ਦਰਾਡੇ ਇਲਾਕਿਆਂ ਤੱਕ ਚਲੇ ਜਾਂਦੇ ਨੇ। ਹਾਂਜੀ ਬੇਟਾ ਸੈਕਿੰਡ ਆਪਣਾ ਕੁਐਸਚਨ ਕੀ ਹੈਗਾ? ਤੁਹਾਡੇ ਕੋਲ 4 ਭਾਗ ਨੇ ਇਸ ਕੁਐਸਚਨ ਦੇ। ਇਹਦੇ ਵਿੱਚ ਤੁਸੀਂ ਕੀ ਹੈਗਾ ਅੰਤਰ ਸਪਸ਼ਟ ਕਰਨਾ ਹੈਗਾ। ਠੀਕ ਹੈ, ਵੱਖ-ਵੱਖ ਭਾਗ ਦੇ ਵਿੱਚ ਤੁਹਾਡੇ ਕੋਲ ਅੰਤਰ ਸਪਸ਼ਟ ਕਰਨ ਦੇ ਲਈ ਤੁਹਾਡੇ ਕੋਲ 2 ਚੀਜ਼ਾਂ ਦਿੱਤੇ ਨੇ, ਉਹਨਾਂ ਦੋਨਾਂ ਦੇ ਵਿੱਚ ਤੁਸੀਂ ਅੰਤਰ ਸਪਸ਼ਟ ਕਰਨਾ ਹੈ। ਠੀਕ ਹੈ, ਪਹਿਲਾ ਤੁਹਾਡੇ ਕੋਲ ਜੰਗਲੀ ਜੀਵ ਰੱਖਾਂ ਅਤੇ ਜੀਵ ਮੰਡਲ ਰਿਜ਼ਰਵ, ਇਹਨਾਂ ਦੋਨਾਂ ਦੇ ਵਿੱਚ ਅੰਤਰ ਸਪਸ਼ਟ ਕਰਨਾ ਹੈ। ਜੰਗਲੀ ਜੀਵ ਰੱਖਾਂ ਕੀ ਨੇ? ਪਹਿਲਾਂ ਆਪਾਂ ਇਹਦੀ ਗੱਲ ਕਰੀਏ। ਇਹ ਉਹ ਖੇਤਰ ਨੇ ਜਿੱਥੇ ਜੰਤੂਆਂ ਅਤੇ ਉਹਨਾਂ ਦੇ ਨਿਵਾਸ ਸਥਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਖਲ ਅੰਦਾਜ਼ੀ ਤੋਂ ਬਚਾ ਕੇ ਰੱਖਿਆ ਜਾਂਦਾ ਹੈ। ਇੱਥੇ ਜਿਹੜੇ ਜੰਗਲੀ ਜੀਵ ਰੱਖਾਂ ਹੁੰਦੀਆਂ ਨੇ ਇੱਥੇ ਕਿਸੇ ਦੀ ਵੀ ਜਿਹੜੀ ਦਖਲ ਅੰਦਾਜ਼ੀ ਹੈ, ਇੰਟਰਫੇਰੈਂਸ ਹੈ, ਉਹ ਅਲਾਉਡ ਨਹੀਂ ਹੁੰਦੀ। ਤਾਂ ਉਹਨਾਂ ਦਾ ਜੀਵਾਂ ਦਾ ਜਿਹੜਾ ਨਿਵਾਸ ਹੈ ਉਹ ਵੀ ਸੁਰੱਖਿਅਤ ਰਹਿੰਦਾ ਹੈ ਤੇ ਉਹ ਜੀਵ ਵੀ ਆਪਦੇ ਜਿਹੜੇ ਇਸ ਕੁਦਰਤੀ ਨਿਵਾਸ ਹੈ ਉਹਦੇ ਵਿੱਚ ਸੁਰੱਖਿਅਤ ਰਹਿੰਦੇ ਨੇ। ਪਰ ਜੇ ਆਪਾਂ ਗੱਲ ਕਰੀਏ ਜੀਵ ਮੰਡਲ ਰਿਜ਼ਰਵ ਦੀ, ਇੱਥੇ ਕੀ ਹੁੰਦਾ ਹੈਗਾ? ਜੰਗਲੀ ਜੀਵਨ ਦੀ ਸੁਰੱਖਿਆ ਲਈ ਬਚਾ ਕੇ ਰੱਖਿਆ ਉਹ ਖੇਤਰ ਜਿੱਥੇ ਪੌਦੇ ਅਤੇ ਜੰਤੂਆਂ ਅਤੇ ਆਦੀਵਾਸੀਆਂ ਨੂੰ ਪਾਰੰਪਰਿਕ ਜੀਵਨ ਢੰਗਾਂ ਅਨੁਸਾਰ ਜਿਉਂਦੇ ਰਹਿਣ ਲਈ ਰਾਖਵਾਂ ਰੱਖਿਆ ਜਾਂਦਾ ਹੈ। ਬੇਟਾ ਇਹਦੇ ਵਿੱਚ ਕੀ ਹੈਗਾ? ਜੰਤੂਆਂ ਦੇ ਨਾਲ ਨਾਲ ਤੁਹਾਡੇ ਕੋਲ ਇਹ ਦੇਖੋ ਵੀ ਉੱਥੋਂ ਦੇ ਜਿਹੜੇ ਲੋਕਲ ਪੀਪਲ ਨੇ, ਆਦੀਵਾਸੀ ਲੋਕ ਨੇ, ਉਹ ਵੀ ਆਪਣੇ ਪੁਰਾਤਨ ਢੰਗਾਂ ਦੇ ਨਾਲ ਹੀ ਉਹਨਾਂ ਨੂੰ ਰਹਿਣ ਲਈ ਉਹਨਾਂ ਦੇ ਜਿਹੜੇ ਜੀਵਨ ਢੰਗ ਹੈ ਉਹਨੂੰ ਸੁਰੱਖਿਅਤ ਰੱਖਿਆ ਜਾਂਦਾ ਹੈਗਾ। ਤੇ ਉਦਾਹਰਨ ਦੇ ਤੌਰ ਤੇ ਜੇ ਮੈਂ ਗੱਲ ਕਰਾਂ ਜੰਗਲੀ ਜੀਵ ਰੱਖ, ਤੁਹਾਡੇ ਕੋਲ ਕਾਰਬੇਟ ਜੰਗਲੀ ਜੀਵ ਰੱਖ ਜਿਹੜੀ ਹੈਗੀ ਇਹ ਇੱਕ ਇਹਦੀ ਉਦਾਹਰਨ ਹੈ। ਦੂਸਰਾ ਤੁਹਾਡੇ ਕੋਲ ਜੀਵ ਮੰਡਲ ਰਿਜ਼ਰਵ ਦੀ ਉਦਾਹਰਨ ਕੀ ਹੈ? ਨੀਲਗਿਰੀ ਜੀਵ ਮੰਡਲ ਰਿਜ਼ਰਵ। ਨੀਲਗਿਰੀ ਜੀਵ ਮੰਡਲ ਰਿਜ਼ਰਵ ਹੈ ਜਿੱਥੇ ਆਦੀਵਾਸੀ ਵੀ ਆਪਦੇ ਪਰੰਪਰਿਕ ਤਰੀਕਿਆਂ ਦੇ ਨਾਲ ਉੱਥੇ ਰਹਿ ਰਹੇ ਨੇ। ਠੀਕ ਹੈ ਬੇਟਾ, ਆੜੇ ਭਾਗ ਦੇ ਵਿੱਚ ਆਪਾਂ ਨੇ ਚਿੜੀਆ ਘਰ ਅਤੇ ਜੰਗਲੀ ਜੀਵ ਰੱਖਾਂ ਦੇ ਵਿੱਚ ਅੰਤਰ ਦੱਸਣਾ ਹੈਗਾ। ਹੁਣ ਚਿੜੀਆ ਘਰ ਕਿਵੇਂ ਵੱਖ ਹੈ ਜੰਗਲੀ ਜੀਵ ਰੱਖਾਂ ਤੋਂ? ਠੀਕ ਹੈ, ਚਿੜੀਆ ਘਰ ਦੇ ਵਿੱਚ ਕੀ ਹੈਗਾ? ਇਹ ਬੇਸਿਕਲੀ ਬਨਾਵਟੀ ਆਵਾਸ ਸਥਾਨ ਹੁੰਦੇ ਨੇ, ਇਹ ਕੁਦਰਤੀ ਆਵਾਸ ਸਥਾਨ ਨਹੀਂ ਹੈਗੇ। ਇਹ ਕੀ ਹੈ? ਬਨਾਵਟੀ ਆਵਾਸ ਸਥਾਨ ਨੇ ਜਿਹਦੇ ਵਿੱਚ ਜਨਤਕ ਲੋਕਾਂ ਨੂੰ ਦੇਖਣ ਵਾਸਤੇ ਜਿਹੜੇ ਜੀਵ ਹੈ, ਜਾਨਵਰ ਹੈ, ਉਹਨਾਂ ਨੂੰ ਰੱਖਿਆ ਜਾਂਦਾ ਹੈ। ਠੀਕ ਹੈ, ਚਿੜੀਆ ਘਰ ਕੀ ਨੇ? ਉਹ ਖੇਤਰ ਜਿੱਥੇ ਜੰਤੂਆਂ ਨੂੰ ਬਨਾਵਟੀ ਆਵਾਸ ਸਥਾਨ ਵਿੱਚ ਜਨਤਕ ਪ੍ਰਦਰਸ਼ਨੀ ਲਈ ਰੱਖਿਆ ਜਾਂਦਾ ਹੈ। ਜੰਗਲੀ ਜੀਵ ਰੱਖਾਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਉਹ ਖੇਤਰ ਜਿੱਥੇ ਜੰਤੂਆਂ ਅਤੇ ਉਹਨਾਂ ਦੇ ਨਿਵਾਸ ਸਥਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਖਲ ਅੰਦਾਜ਼ੀ ਤੋਂ ਬਚਾ ਕੇ ਰੱਖਿਆ ਜਾਂਦਾ ਹੈ। ਠੀਕ ਹੈ, ਜੰਗਲੀ ਜੀਵ ਰੱਖਾਂ ਦੇ ਵਿੱਚ ਕੀ ਹੈ? ਕੁਦਰਤੀ ਆਵਾਸ ਨੇ, ਪਰ ਚਿੜੀਆ ਘਰ ਕੀ ਨੇ? ਇੱਕ ਬਨਾਵਟੀ ਆਵਾਸ ਨੇ। ਠੀਕ ਹੈ, ਹੁਣ ਦੂਜੇ ਪੁਆਇੰਟ ਦੀ ਗੱਲ ਕਰੀਏ। ਇਸ ਵਿੱਚ ਜੰਤੂ ਕਈ ਵਾਰ ਅਨੁਕੂਲਿਤ ਨਹੀਂ ਹੋ ਪਾਉਂਦੇ। ਕਹਿੰਦਾ ਉਹਨਾਂ ਦੇ ਜਿਹੜਾ ਅਨੁਕੂਲਿਤ ਉਹਨਾਂ ਦੀ ਸੁਵਿਧਾ ਦੇ ਅਨੁਸਾਰ ਕਈ ਵਾਰ ਹਾਲਾਤ ਨਹੀਂ ਹੁੰਦੇ ਜਿਸ ਕਰਕੇ ਉਹ ਆਪਣੇ ਆਪ ਨੂੰ ਅਡੈਪਟ ਨਹੀਂ ਕਰ ਪਾਉਂਦੇ। ਪਰ ਜਿਹੜੀਆਂ ਜੰਗਲੀ ਜੀਵ ਰੱਖਾਂ ਨੇ ਇਹਦੇ ਵਿੱਚ ਉਹਨਾਂ ਦਾ ਕੁਦਰਤੀ ਆਵਾਸ ਸਥਾਨ ਹੈ, ਇਸ ਲਈ ਜੰਤੂ ਪੂਰੀ ਤਰ੍ਹਾਂ ਅਨੁਕੂਲਿਤ
ਹੁੰਦੇ ਹਨ। ਜੰਤੂਆਂ ਨੂੰ ਅਨੁਕੂਲਨ ਮੇਨਟੇਨ ਕਰਨ ਦੇ ਲਈ ਜਾਂ ਉਹਨਾਂ ਦੀ ਅਡੈਪਟੇਸ਼ਨ ਦੇ ਲਈ ਕੋਈ ਵੀ ਸਮੱਸਿਆ ਨਹੀਂ ਆਉਂਦੀ ਹੈਗੀ। ਠੀਕ ਹੈ, ਅਨੁਕੂਲਿਤ ਹੁੰਦੇ ਨੇ ਉਹ। ਬੇਟੇ ਈਡੀ ਭਾਗ ਦੇ ਵਿੱਚ ਸੰਕਟਕਾਲੀਨ ਪ੍ਰਜਾਤੀਆਂ ਤੇ ਅਲੋਪ ਹੋ ਚੁੱਕੀਆਂ ਪ੍ਰਜਾਤੀਆਂ ਦੇ ਵਿੱਚ ਆਪਾਂ ਨੇ ਅੰਤਰ ਸਪਸ਼ਟ ਕਰਨਾ ਹੈਗਾ। ਠੀਕ ਹੈ, ਸੰਕਟਕਾਲੀਨ ਪ੍ਰਜਾਤੀਆਂ ਕੀ ਨੇ? ਇਹ ਉਹ ਪ੍ਰਜਾਤੀਆਂ ਜੋ ਅਲੋਪ ਜਾਂ ਖਤਮ ਹੋਣ ਦੇ ਕੰਢੇ ਤੇ ਹਨ, ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਸੰਕਟਕਾਲੀਨ ਪ੍ਰਜਾਤੀਆਂ ਕਹਿੰਦੇ ਆ। ਇਹ ਪ੍ਰਜਾਤੀਆਂ ਅਲੋਪ ਨਹੀਂ ਹੋਈਆਂ, ਪਰ ਅਲੋਪ ਹੋਣ ਦੀ ਕਗਾਰ ਤੇ ਨੇ। ਠੀਕ ਹੈ, ਇਸ ਦੇ ਉਲਟ ਅਲੋਪ ਹੋ ਚੁੱਕੀਆਂ ਪ੍ਰਜਾਤੀਆਂ ਉਹ ਜੀਵ ਜਿਨ੍ਹਾਂ ਦੀਆਂ ਪ੍ਰਜਾਤੀਆਂ ਖਤਮ ਹੋ ਗਈਆਂ ਹਨ। ਠੀਕ ਹੈ, ਇਹਨਾਂ ਦੀਆਂ ਪ੍ਰਜਾਤੀਆਂ ਖਤਮ ਹੋ ਗਈਆਂ ਨੇ ਗਿਆ, ਉਹਨਾਂ ਨੂੰ ਅਸੀਂ ਕੀ ਕਹਿੰਦੇ ਆ? ਅਲੋਪ ਹੋ ਚੁੱਕੀਆਂ ਪ੍ਰਜਾਤੀਆਂ ਕਹਿੰਦੇ ਆਗੇ। ਠੀਕ ਹੈ, ਤੁਹਾਡੇ ਕੋਲ ਸੰਕਟਕਾਲੀਨ ਪ੍ਰਜਾਤੀ ਜਿਵੇਂ ਤੁਹਾਡੇ ਕੋਲ ਬੰਗਾਲੀ ਬਾਗ ਹੈ, ਉਹ ਹਜੇ ਉਹਨਾਂ ਦੀ ਕਹਿੰਦਾ ਕੀ ਹੈ? ਮਾਤਰਾ ਜਦ ਸਪੀਸੀਜ਼ ਦੀ ਕਾਊਂਟ ਹੈ ਉਹ ਘਟ ਗਈ ਹੈ, ਜਿਹਦੇ ਕਰਕੇ ਉਹ ਫਿਊਚਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਅਲੋਪ ਹੋ ਜਾਣਗੇ, ਪਰ ਹਜੇ ਨਹੀਂ ਅਲੋਪ ਹੋਏ। ਤੇ ਦੂਸਰਾ ਆਪਣੇ ਕੋਲ ਕੀ ਹੈ? ਇਹ ਜੀ ਕੋਈ ਪ੍ਰਜਾਤੀ ਜਿਹੜੀ ਅਲੋਪ ਹੋ ਗਈ, ਉਹ ਕਿਹੜੀ ਹੈ? ਡਾਇਨਾਸੌਰ। ਡਾਇਨਾਸੌਰ ਵਰਗੇ ਜਿਹੜੀਆਂ ਪ੍ਰਜਾਤੀਆਂ ਨੇ ਉਹ ਆਪਣੇ ਕੋਲੋਂ ਅਲੋਪ ਹੋ ਚੁੱਕੀਆਂ ਨੇ। ਠੀਕ ਹੈ, ਬੇਟਾ ਸੱਸੇ ਭਾਗ ਦੇ ਵਿੱਚ ਕੀ ਹੈਗਾ? ਕਾਦੇ ਵਿੱਚ ਆਪਾਂ ਨੇ ਅੰਤਰ ਲਿਖਣਾ ਹੈ? ਪੌਦਾ ਜਗਤ ਅਤੇ ਪ੍ਰਾਣੀ ਜਗਤ। ਠੀਕ ਹੈ, ਪੌਦੇ ਨੂੰ ਆਪਾਂ ਬਨਸਪਤੀ ਜਗਤ ਵੀ ਕਹਿ ਦਿੰਦੇ ਆ ਤੇ ਪ੍ਰਾਣੀ ਜਗਤ ਨੂੰ ਅਸੀਂ ਜੰਤੂ ਜਗਤ ਵੀ ਕਹਿ ਦਿੰਦੇ ਆ। ਹੁਣ ਪੌਦਾ ਜਗਤ ਕੀ ਹੈਗਾ? ਪੌਦਾ ਜਗਤ ਕੀ ਹੁੰਦਾ ਹੈ? ਬਨਸਪਤੀ ਜਗਤ ਜਾਂ ਪੌਦਾ ਜਗਤ ਕੀ ਹੈ? ਕਿਸੇ ਵੀ ਇੱਕ ਵਿਸ਼ੇਸ਼ ਖੇਤਰ ਵਿੱਚ ਪਾਏ ਜਾਣ ਵਾਲੇ ਜਿਹੜੇ ਪੇੜ ਪੌਦੇ ਹੈ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ? ਪੌਦਾ ਜਗਤ ਕਹਿੰਦੇ ਆ। ਠੀਕ ਹੈ, ਬਨਸਪਤੀ ਜਾਂ ਪੌਦਾ ਜਗਤ ਕੀ ਹੈ? ਇੱਕ ਵਿਸ਼ੇਸ਼ ਖੇਤਰ ਦੇ ਵਿੱਚ ਪਾਏ ਜਾਣ ਵਾਲੇ ਜਿਹੜੇ ਪੇੜ ਪੌਦੇ ਨੇ। ਇਸ ਦੇ ਉਲਟ ਤੁਹਾਡੇ ਕੋਲ ਕੀ ਹੈ? ਇੱਕ ਵਿਸ਼ੇਸ਼ ਖੇਤਰ ਵਿੱਚ ਪਾਏ ਜਾਣ ਵਾਲੇ ਜਿਹੜੇ ਜੀਵ ਜੰਤੂ ਆ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ? ਪ੍ਰਾਣੀ ਜਗਤ ਕਹਿੰਦੇ ਆ। ਠੀਕ ਹੈ, ਪੇੜ ਪੌਦੇ ਪੌਦਾ ਜਗਤ ਆਣਗੇ ਤੇ ਜੀਵ ਜੰਤੂ ਪ੍ਰਾਣੀ ਜਗਤ ਦੇ ਵਿੱਚ ਜਾਂ ਜੰਤੂ ਜਗਤ ਦੇ ਵਿੱਚ ਆਣਗੇ। ਉਦਾਹਰਨ ਦੀ ਆਪਾਂ ਗੱਲ ਕਰੀਏ ਪੌਦਾ ਜਗਤ ਦੇ ਵਿੱਚ ਤੁਹਾਡੇ ਕੋਲ ਜਿਵੇਂ ਕਿ ਸਾਲ ਹੋ ਗਿਆ, ਸਿਲਵਰ ਫਰਨ ਹੋ ਗਿਆ, ਅਰਜੁਨ ਹੋ ਗਿਆ, ਇਹ ਜਿਹੜੇ ਪੌਦੇ ਨੇ ਇਹ ਤੁਹਾਡੇ ਜਿਹੜੇ ਹੈਗੇ ਨੇ ਪੇੜ ਪੌਦੇ, ਇਹ ਪੰਚਮੜੀ ਜੀਵ ਰਿਜ਼ਰਵ ਖੇਤਰ ਦੇ ਪੇੜ ਪੌਦੇ ਨੇ। ਠੀਕ ਹੈ, ਇਹ ਉਥੋਂ ਦਾ ਪੌਦਾ ਜਗਤ ਨੇ। ਤੇ ਤੁਹਾਡੇ ਕੋਲ ਆਪਾਂ ਪ੍ਰਾਣੀ ਜਗਤ ਦੀ ਗੱਲ ਕਰੀਏ ਤਾਂ ਜਿਹੜੇ ਲੱਕੜਬੱਗਾ ਹੋ ਗਿਆ, ਤੇਂਦੂਆ ਹੋ ਗਿਆ, ਪੰਚਮੜੀ ਹੋ ਗਏ, ਇਹ ਤੁਹਾਡੇ ਲੱਕੜਬੱਗਾ, ਤੇਂਦੂਆ, ਇਹ ਤੁਹਾਡੇ ਜਿਹੜੇ ਹੈਗੇ ਨੇ ਪੰਚਮੜੀ ਜੀਵ ਰਿਜ਼ਰਵ ਖੇਤਰ ਰਿਜ਼ਰਵ ਜਿਹੜਾ ਹੈਗਾ ਉਹਦੇ ਜੰਤੂ ਜਗਤ ਨੇ। ਠੀਕ ਹੈ, ਉਹਦਾ ਪ੍ਰਾਣੀ ਜਗਤ ਨੇ। ਠੀਕ ਹੈ ਬੱਚੋ, ਸਮਝ ਆ ਗਈ ਗੱਲ ਇਹ ਵਾਲੀ? ਬੇਟਾ ਥਰਡ ਕੁਐਸਚਨ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਜੰਗਲਾਂ ਦੀ ਕਟਾਈ ਕਾਰਨ ਹੇਠ ਲਿਖਿਆ ਤੇ ਕੀ ਪ੍ਰਭਾਵ ਪੈਂਦਾ ਹੈ। ਇਹਦੇ ਆਪਾਂ ਨੇ ਵਿਚਾਰ ਵਟਾਂਦਰਾ ਕਰਨਾ ਹੈਗਾ। ਤੁਹਾਡੇ ਕੋਲ ਅਲੱਗ-ਅਲੱਗ ਸਿਚੁਏਸ਼ਨਸ ਦਿੱਤੀਆਂ ਹੋਈਆਂ ਨੇ, ਅਲੱਗ-ਅਲੱਗ ਸਥਿਤੀਆਂ ਦਿੱਤੀਆਂ ਨੇ, ਜਿਵੇਂ ਕਿ ਜੰਗਲੀ ਜੀਵਨ ਹੈ, ਜੰਗਲਾਂ ਦੀ ਕਟਾਈ ਨਾਲ ਉਹਨਾਂ ਤੇ ਕੀ ਪ੍ਰਭਾਵ ਪਊਗਾ, ਵਾਤਾਵਰਣ ਤੇ, ਪੇਂਡੂ ਖੇਤਰ, ਸ਼ਹਿਰਾਂ ਤੇ, ਧਰਤੀ ਤੇ, ਇਹਨਾਂ ਅਗਲੀ ਪੀੜ੍ਹੀ ਤੇ ਕੀ ਪ੍ਰਭਾਵ ਪਊਗਾ, ਇਹਨਾਂ ਸਾਰਿਆਂ ਬਾਰੇ ਆਪਾਂ ਨੇ ਗੱਲ ਕਰਨੀ ਹੈ। ਸਾਡੇ ਨਾਲ ਪਹਿਲਾਂ ਆਪਾਂ ਡਿਸਕਸ ਕਰ ਰਹੇ ਹਾਂ, ਗੱਲ ਕਰਾਂਗੇ ਕਿ ਜੰਗਲੀ ਜੀਵਨ ਤੇ, ਜੰਗਲਾਂ ਦੀ ਕਟਾਈ ਦੇ ਕਾਰਨ ਜੰਗਲੀ ਜੀਵਨ ਤੇ ਕੀ ਪ੍ਰਭਾਵ ਪੈਂਦਾ ਹੈਗਾ। ਬੇਟਾ ਜੰਗਲਾਂ ਦੀ ਕਟਾਈ ਦੇ ਕਾਰਨ ਕੀ ਹੁੰਦਾ ਹੈਗਾ ਵੀ ਜਿਹੜੇ ਪੇੜ ਪੌਦੇ ਹੈਗੇ ਜੰਗਲੀ ਜਾਨਵਰਾਂ ਨੂੰ ਆਵਾਸ ਅਤੇ ਭੋਜਨ ਪ੍ਰਦਾਨ ਕਰਦੇ ਨੇ। ਜੰਗਲ ਦੇ ਵਿੱਚ ਜਿਹੜੇ ਪੇੜ ਪੌਦੇ ਹੁੰਦੇ ਨੇ ਉਹਨਾਂ ਦਾ ਕੰਮ ਕੀ ਹੈਗਾ? ਉਹ ਜਿਹੜੇ ਜੰਗਲੀ ਜਾਨਵਰ ਹੈ ਉਹਨਾਂ ਨੂੰ ਆਵਾਸ ਵੀ ਪ੍ਰਦਾਨ ਕਰਦੇ ਨੇ ਤੇ ਭੋਜਨ ਵੀ ਪ੍ਰਦਾਨ ਕਰਦੇ ਨੇ। ਤੇ ਜੰਗਲਾਂ ਦੀ ਕਟਾਈ ਦੇ ਨਾਲ ਕਹਿੰਦਾ ਫਿਰ ਕੀ ਹੁੰਦਾ ਹੈਗਾ? ਜੰਗਲਾਂ ਦੀ ਕਟਾਈ ਨਾਲ ਕੁਦਰਤੀ ਆਵਾਸ ਨਸ਼ਟ ਹੋ ਜਾਣਗੇ। ਠੀਕ ਹੈ, ਜਦੋਂ ਜੰਗਲ ਕੱਟਾਂਗੇ ਤਾਂ ਉਹਦੇ ਨਾਲ ਇਹਨਾਂ ਜਾਨਵਰਾਂ ਦਾ ਜਿਹੜਾ ਕੁਦਰਤੀ ਆਵਾਸ ਹੈ ਉਹ ਨਸ਼ਟ ਹੋ ਜਾਂਦੇ ਨੇ ਅਤੇ ਜਾਨਵਰਾਂ ਦੇ ਅਲੋਪ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ। ਜਦੋਂ ਜਾਨਵਰਾਂ ਨੂੰ ਰਹਿਣ ਲਈ ਜਗ੍ਹਾ ਹੀ ਨਹੀਂ ਮਿਲੂ ਤਾਂ ਉਹਨਾਂ ਦੇ ਅਲੋਪ ਹੋਣ ਦੇ ਜਿਹੜੇ ਚਾਂਸਸ ਹੈ, ਜਿਹੜਾ ਖਤਰਾ ਹੈਗਾ ਉਹ ਵੀ ਕੀ ਹੈ ਫਿਰ ਹੋਰ ਵੱਧ ਜਾਂਦਾ ਹੈ। ਠੀਕ ਹੈ ਬੇਟਾ, ਅਗਲਾ ਹੈਗਾ ਵਾਤਾਵਰਣ। ਆੜਾ ਭਾਗ ਜਿਹੜਾ ਹੈਗਾ ਵਾਤਾਵਰਣ, ਕਿ ਜੰਗਲਾਂ ਦੀ ਕਟਾਈ ਦਾ ਵਾਤਾਵਰਣ ਤੇ ਕੀ ਪ੍ਰਭਾਵ ਪੈਂਦਾ ਹੈ। ਤੇ ਇਹ ਵੀ ਤੁਹਾਨੂੰ ਪਤਾ ਹੈ ਵੀ ਜੰਗਲਾਂ ਦੀ ਕਟਾਈ ਨਾਲ ਜਿਹੜੀ ਹੈਗੀ ਹੈ ਜਿਹੜਾ ਵਨਸਪਤੀ ਜਗਤ ਹੈ, ਜਦੋਂ ਜੰਗਲ ਕੱਟ ਦਾਂਗੇ ਵਨਸਪਤੀ ਜਗਤ ਖਤਮ ਹੋ ਜਾਊਗਾ, ਜਿਸ ਨਾਲ ਕਹਿੰਦਾ ਕੀ ਹੈ ਵਾਤਾਵਰਣ ਦੇ ਵਿੱਚ ਆਕਸੀਜਨ ਦੀ ਮਾਤਰਾ ਘਟ ਜੂਗੀ। ਆਕਸੀਜਨ ਹੈ ਜਿਹੜੀ ਉਹ ਘਟ ਜੂਗੀ ਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਜੂਗੀ। ਤੁਹਾਨੂੰ ਪਤਾ ਹੈ ਕਿ ਪੌਦੇ ਆ ਜਿਹੜੇ ਉਹ ਆਕਸੀਜਨ ਛੱਡਦੇ ਨੇ ਤੇ ਕਾਰਬਨ ਡਾਈਆਕਸਾਈਡ ਲੈਂਦੇ ਨੇ ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਦੇ ਦੌਰਾਨ। ਹੁਣ ਜਦੋਂ ਜੰਗਲ ਹੀ ਕੱਟਤੇ, ਵਨਸਪਤੀ ਜਗਤ ਹੀ ਖਤਮ ਹੋ ਗਿਆ ਤਾਂ ਉਹਦੇ ਨਾਲ ਕੀ ਹੈ ਆਕਸੀਜਨ ਜਿਹੜੀ ਛੱਡੀ ਜਾਣੀ ਸੀ ਪੌਦਿਆਂ ਦੁਆਰਾ ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਦੁਆਰਾ ਉਹ ਨਹੀਂ ਛੱਡੀ ਜਾਊਗੀ ਤੇ ਕਾਰਬਨ ਡਾਈਆਕਸਾਈਡ ਜਿਹੜੀ ਸੋਖੀ ਜਾਣੀ ਸੀ ਉਹ ਵੀ ਨਹੀਂ ਸੋਖੀ ਜਾਊਗੀ, ਜਿਹਦੇ ਕਰਕੇ ਵਾਤਾਵਰਣ 'ਚ ਆਕਸੀਜਨ ਦੀ ਮਾਤਰਾ ਕੀ ਹੋ ਜੂਗੀ? ਘਟ ਜੂਗੀ ਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਕੀ ਹੋ ਵੱਧ ਜੂਗੀ। ਉਸ ਤੋਂ ਹੋਰ ਕੀ ਹੋਊਗਾ? ਵਰਖਾ ਤੇ ਭੂਮੀ ਦੀ ਉਪਜਾਊ ਸ਼ਕਤੀ ਵੀ ਘਟ ਜਾਵੇਗੀ, ਵਰਖਾ ਦੀ ਮਾਤਰਾ ਘਟ ਜੂਗੀ। ਠੀਕ ਹੈ, ਤੁਹਾਨੂੰ ਪਤਾ ਹੈ ਵੀ ਜੰਗਲ ਜਿਹੜੇ ਹੈਗੇ ਆ, ਰੁੱਖ ਜਿਹੜੇ ਹੈਗੇ ਵਰਖਾ ਲਿਆਉਣ 'ਚ ਸਹਾਇਤਾ ਕਰਦੇ ਨੇ
ਤੇ ਭੂਮੀ ਦੀ ਉਪਜਾਊ ਸ਼ਕਤੀ ਕਿਵੇਂ ਘਟ ਜੂਗੀ, ਕਿਉਂਕਿ ਭੂਮੀ ਜਿਹੜੀ ਹੈ ਤੁਹਾਡੇ ਕੋਲ ਜਿਹੜੇ ਹੈਗੇ ਰੁੱਖ ਹੈਗੇ ਉਹ ਕੀ ਹੈ ਮਿੱਟੀ ਨੂੰ ਜਕੜ ਕੇ ਰੱਖਦੇ ਆ। ਹੁਣ ਜਦੋਂ ਜੰਗਲ ਕੱਟ ਤੇ ਤਾਂ ਉਹਦੇ ਨਾਲ ਭੂਮੀ ਦੀ ਉਪਜਾਊ ਸ਼ਕਤੀ ਹੈ ਜਿਹੜੀ ਉਹ ਵੀ ਘਟ ਜੂਗੀ। ਇਸ ਕਾਰਨ ਕਹਿੰਦੇ ਜਿਹੜੀ ਕੁਦਰਤੀ ਆਫਤ ਹੈ ਜਿਵੇਂ ਕਿ ਹੜ੍ਹ ਹੈ ਤੇ ਸੋਕਾ ਹੈ ਇਹਨਾਂ ਦੀ ਸੰਭਾਵਨਾ ਵੀ ਫਿਰ ਵੱਧ ਜਾਂਦੀ ਹੈ। ਠੀਕ ਹੈ, ਹੁਣ ਜਿੱਥੇ ਪਾਣੀ ਸੋਖਿਆ ਹੀ ਨਹੀਂ ਜਾਊਗਾ ਤਾਂ ਹੜ੍ਹ ਵੱਧ ਆਣਗੇ। ਠੀਕ ਹੈ, ਤੇ ਦੂਸਰਾ ਕਹਿੰਦਾ ਕੀ ਹੈ ਜੇ ਵਰਖਾ ਨਹੀਂ ਹੋਊਗਾ ਤਾਂ ਸੋਕਾ ਵੀ ਵੱਧ ਪਊਗਾ। ਠੀਕ ਹੈ ਬੱਚਿਓ ਈੜੀ ਭਾਗ ਜਿਹੜਾ ਹੈਗਾ ਆਪਣਾ ਪੇਂਡੂ ਖੇਤਰ, ਜੰਗਲਾਂ ਦੀ ਕਟਾਈ ਨਾਲ ਪੇਂਡੂ ਖੇਤਰ ਤੇ ਕੀ ਪ੍ਰਭਾਵ ਪੈਂਦਾ ਹੈ। ਜੰਗਲਾਂ ਦੀ ਕਟਾਈ ਨਾਲ ਕਹਿੰਦਾ ਕੀ ਹੈ ਭੂਮੀ ਖੋਰ ਵੱਧ ਜਾਂਦਾ ਹੈ, ਭੂ-ਖੋਰ ਵੱਧ ਜਾਂਦਾ ਹੈ, ਭੂਮੀ ਖੋਰ ਵੱਧ ਜਾਂਦਾ ਹੈ। ਤੁਹਾਡੇ ਕੋਲ ਇਹ ਪਤਾ ਹੈ ਵੀ ਮਿੱਟੀ ਦੀ ਜਿਹੜੀ ਉੱਪਰਲੀ ਪਰਤ ਹੈਗੀ ਉਹ ਨਸ਼ਟ ਹੋਣੀ ਸ਼ੁਰੂ ਹੋ ਜਾਂਦੀ ਹੈ। ਠੀਕ ਹੈ, ਜਿਹੜੇ ਜਿਸ ਨਾਲ ਕਹਿੰਦੇ ਕੀ ਹੈ ਮਿੱਟੀ ਦੀ ਜਿਹੜੀ ਉੱਪਰਲੀ ਪਰਤ ਹੈ ਉਹ ਨਸ਼ਟ ਹੋ ਰਹੀ ਹੈ। ਇਸ ਲਈ ਕਹਿੰਦਾ ਕੀ ਹੈ ਮਿੱਟੀ ਦੇ ਵਿੱਚ ਮੱਲੜ ਦੀ ਕਮੀ ਹੁੰਦੀ ਹੈ, ਇਸ ਲਈ ਇਸ ਦੀ ਉਪਜਾਊ ਸ਼ਕਤੀ ਘੱਟ ਹੁੰਦੀ ਹੈ। ਠੀਕ ਹੈ, ਕਹਿੰਦੇ ਹੁਣ ਦੇਖੋ ਜਦੋਂ ਭੂ-ਖੋਰ ਹੋਊਗਾ ਤਾਂ ਉਹਦੇ ਨਾਲ ਕਹਿੰਦਾ ਮਿੱਟੀ ਦੀ ਉੱਪਰਲੀ ਪਰਤ ਨਸ਼ਟ ਹੋ ਜੂਗੀ, ਉਹਦੇ ਨਾਲ ਮੱਲੜ ਦੇ ਵਿੱਚ ਵੀ ਕਮੀ ਆਊਗੀ ਤਾਂ ਨੈਚੁਰਲੀ ਜਿਹੜਾ ਹੈਗਾ ਕੁਦਰਤੀ ਤੌਰ ਤੇ ਉਪਜਾਊ ਸ਼ਕਤੀ ਵੀ ਜਿਹੜੀ ਹੈਗੀ ਭੂਮੀ ਦੀ ਉਹ ਘਟ ਜੂਗੀ। ਇਸ ਤਰ੍ਹਾਂ ਇਹਦੇ ਨਾਲ ਫਿਰ ਕੀ ਹੈਗਾ ਪਿੰਡਾਂ ਦੇ ਵਿੱਚ ਜਿਹੜਾ ਪੇਂਡੂ ਖੇਤਰ ਹੈ, ਇਸ ਕਾਰਨ ਪੇਂਡੂ ਖੇਤਰਾਂ ਦੇ ਵਿੱਚ ਜਿਹੜੀ ਖੇਤੀਯੋਗ ਭੂਮੀ ਹੈ ਉਹਦੇ ਵਿੱਚ ਕਮੀ ਹੋ ਜੂਗੀ ਤੇ ਜਿਹਦੇ ਨਾਲ ਕਹਿੰਦਾ ਜਿਹੜੀ ਭੂਮੀ ਹੈ ਉਹ ਮਾਰੂਥਲ ਦੇ ਵਿੱਚ ਬਦਲਣੀ ਸ਼ੁਰੂ ਹੋ ਜਾਂਦੀ ਹੈ, ਬਦਲ ਰਹੀ ਹੈ। ਆਪਣੇ ਜਿਹੜੇ ਪੇਂਡੂ ਖੇਤਰ ਹੈ ਜਦੋਂ ਆਪਣੀ ਜਿਹੜੀ ਭੂਮੀ ਹੈ ਭੂ-ਖੋਰ ਦੇ ਨਾਲ ਉਪਜਾਊ ਸ਼ਕਤੀ ਤਾਂ ਮਿੱਟੀ ਦੀ ਘਟ ਗਈ ਤਾਂ ਫਿਰ ਕੀ ਹੈਗਾ ਜਦੋਂ ਉੱਥੇ ਕੋਈ ਆਪਣੇ ਰੁੱਖ ਨਹੀਂ ਹੋਣਗੇ, ਕੋਈ ਖੇਤੀਯੋਗ ਭੂਮੀ ਨਹੀਂ ਹੋਊਗੀ ਤਾਂ ਉਹ ਜਗ੍ਹਾ ਜਿਹੜੀ ਹੈਗੀ ਹੈ ਮਾਰੂਥਲ ਦੇ ਵਿੱਚ ਬਦਲ ਜਾਊਗੀ। ਹੁਣ ਸ਼ਹਿਰੀ ਖੇਤਰ ਦੇ ਉੱਪਰ ਕੀ ਪ੍ਰਭਾਵ ਪੈਂਦਾ ਹੈ। ਠੀਕ ਹੈ, ਜੰਗਲਾਂ ਦੀ ਕਟਾਈ ਨਾਲ ਸ਼ਹਿਰਾਂ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈ, ਸ਼ਹਿਰੀ ਖੇਤਰਾਂ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈਗਾ। ਜੰਗਲਾਂ ਦੀ ਕਟਾਈ ਨਾਲ ਸ਼ਹਿਰਾਂ ਵਿੱਚ ਕੁਦਰਤੀ ਆਫਤਾਂ ਜਿਵੇਂ ਕਿ ਹੜ੍ਹ ਸੋਕੇ ਦੀ ਸੰਭਾਵਨਾ ਵੱਧ ਜਾਂਦੀ ਹੈ। ਠੀਕ ਹੈ, ਜਦੋਂ ਜੰਗਲ ਕੱਟ ਦਿੱਤੇ ਜਾਂਦੇ ਆ ਤਾਂ ਆਪਾਂ ਨੂੰ ਪਤਾ ਹੈ ਵੀ ਰੁੱਖ ਕੀ ਕਰਦੇ ਨੇ ਪਾਣੀ ਨੂੰ ਸੋਕ ਕੇ ਰੱਖਦੇ ਨੇ, ਵਰਖਾ ਦੇ ਪਾਣੀ ਨੂੰ, ਤਾਂ ਹੜ੍ਹ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ। ਤੇ ਜਦੋਂ ਆਪਾਂ ਨੇ ਇਹ ਵੀ ਗੱਲ ਕੀਤੀ ਹੈ ਵੀ ਜੇ ਰੁੱਖ ਕੱਟਤੇ ਤਾਂ ਉਹਦੇ 'ਚ ਵਰਖਾ ਦੀ ਕਮੀ ਵੀ ਹੁੰਦੀ ਹੈ ਤਾਂ ਉਹਦੇ ਨਾਲ ਫਿਰ ਕੀ ਹੈਗਾ ਸੋਕੇ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਪਹਿਲਾਂ ਵੀ ਆਪਾਂ ਗੱਲ ਕੀਤੀ ਹੈ ਵੀ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਗਈ ਤਾਂ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧਣ ਦੇ ਨਾਲ ਗਲੋਬਲ ਵਾਰਮਿੰਗ ਵੀ ਵੱਧ ਜਾਂਦੀ ਹੈ। ਬੇਟਾ ਗਲੋਬਲ ਵਾਰਮਿੰਗ ਕੀ ਹੈਗੀ ਵੀ ਜਿਹੜੇ ਆਪਣੇ ਗਲੋਬਲ ਪੂਰੇ ਜਿਹੜੇ ਹੈਗੇ ਪੂਰੀ ਆਪਣੀ ਧਰਤੀ ਤੇ ਜਿਹੜੀ ਗਰਮੀ ਵੱਧ ਰਹੀ ਹੈਗੀ। ਠੀਕ ਹੈ, ਕਾਰਬਨ ਡਾਈਆਕਸਾਈਡ ਤੁਹਾਨੂੰ ਪਤਾ ਹੈ ਵੀ ਕਾਰਬਨ ਡਾਈਆਕਸਾਈਡ ਜਿਹੜੀ ਹੈਗੀ ਹੈ ਉਹ ਸੂਰਜ ਦੇ ਪ੍ਰਕਾਸ਼ ਦੀ ਜਿਹੜੀ ਕਿਰਨਾਂ ਹੈ ਉਹਨੂੰ ਆਪਣੀ ਧਰਤੀ ਤੇ ਆਉਣ ਤੱਕ ਦਿੰਦੀ ਹੈ ਪਰ ਜਾਣ ਨਹੀਂ ਦਿੰਦੀ। ਜਿੰਨੀ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧੂਗੀ ਉਨਾ ਤਾਪ ਵੀ ਵੱਧਦਾ ਜਾਊਗਾ, ਸੂਰਜ ਦਾ ਪ੍ਰਕਾਸ਼ ਸਾਡੇ ਕੋਲ ਰਹਿ ਜਾਊਗਾ ਤੇ ਇਸ ਦਾ ਫਿਰ ਕੀ ਹੈ ਕਹਿੰਦਾ ਇਸ ਨਾਲ ਜਲ ਚੱਕਰ ਤੇ ਵੀ ਪ੍ਰਭਾਵ ਪੈਂਦਾ ਹੈ। ਆਪਣਾ ਜਿਹੜਾ ਜਲ ਚੱਕਰ ਹੈ ਉਹ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦਾ ਹੈ। ਇੱਕ ਵਾਰ ਸੁਣੋ ਸ਼ਹਿਰੀ ਖੇਤਰ ਤੇ ਕੀ ਪ੍ਰਭਾਵ ਪੈਂਦਾ ਹੈ। ਜੰਗਲਾਂ ਦੀ ਕਟਾਈ ਨਾਲ ਕਹਿੰਦਾ ਸ਼ਹਿਰਾਂ ਵਿੱਚ ਕੁਦਰਤੀ ਆਫਤਾਂ ਜਿਵੇਂ ਕਿ ਹੜ੍ਹ ਅਤੇ ਸੋਕੇ ਦੀ ਸੰਭਾਵਨਾ ਵੱਧ ਜਾਂਦੀ ਹੈ। ਠੀਕ ਹੈ, ਦੂਸਰੀ ਚੀਜ਼ ਕਾਰਬਨ ਡਾਈਆਕਸਾਈਡ ਵਧਣ ਨਾਲ ਗਲੋਬਲ ਵਾਰਮਿੰਗ ਵੱਧ ਜਾਂਦੀ ਹੈ। ਇਹ ਗਲੋਬਲ ਵਾਰਮਿੰਗ ਵੀ ਵੱਧ ਰਹੀ ਹੈ। ਤੀਸਰੀ ਫਿਰ ਇਸ ਨਾਲ ਜਲ ਚੱਕਰ ਤੇ ਵੀ ਪ੍ਰਭਾਵ ਪੈ ਰਿਹਾ ਹੈ। ਠੀਕ ਹੈ ਬੱਚਿਓ, ਹੁਣ ਆਪਾਂ ਗੱਲ ਕਰੀਏ ਕਿ ਜੰਗਲਾਂ ਦੀ ਕਟਾਈ ਨਾਲ ਆਪਣੀ ਧਰਤੀ ਦੇ ਉੱਤੇ ਕੀ ਪ੍ਰਭਾਵ ਪੈ ਰਿਹਾ ਹੈ। ਠੀਕ ਹੈ, ਜੰਗਲਾਂ ਦੀ ਕਟਾਈ ਨਾਲ ਧਰਤੀ ਉੱਪਰ ਕੁਦਰਤੀ ਆਫਤਾਂ ਜਿਵੇਂ ਕਿ ਹੜ੍ਹ ਸੋਕੇ ਦੀ ਸੰਭਾਵਨਾ ਵੱਧ ਰਹੀ ਹੈ। ਕਾਰਬਨ ਡਾਈਆਕਸਾਈਡ ਵਧਣ ਨਾਲ ਗਲੋਬਲ ਵਾਰਮਿੰਗ ਵੱਧ ਰਹੀ ਹੈ। ਵਰਖਾ ਅਤੇ ਭੂਮੀ ਦੀ ਉਪਜਾਊ ਸ਼ਕਤੀ ਵੀ ਘਟ ਰਹੀ ਹੈ। ਠੀਕ ਹੈ, ਸਿੱਧੇ ਅਸਿੱਧੇ ਤੌਰ ਤੇ ਚੀਜ਼ਾਂ ਉਹੀ ਨੇ। ਇਹਦੇ ਵਿੱਚ ਵੀ ਆਪਾਂ ਉਹੀ ਗੱਲ ਕੀਤੀ ਹੈ ਧਰਤੀ ਤੇ ਪੂਰੀ ਧਰਤੀ ਦੀ ਗੱਲ ਕਰ ਰਹੇ ਹਾਂ ਤਾਂ ਕੁਦਰਤੀ ਆਫਤਾਂ ਧਰਤੀ ਤੇ ਆਉਣੀਆਂ ਸ਼ੁਰੂ ਹੋ ਜਾਣਗੀਆਂ, ਹੜ੍ਹ ਸੋਕਾ ਵਗੈਰਾ। ਕਾਰਬਨ ਡਾਈਆਕਸਾਈਡ ਵਧਣ ਨਾਲ ਗਲੋਬਲ ਵਾਰਮਿੰਗ ਹੋ ਗਈ, ਮਿੱਟੀ ਦੀ ਉਪਜਾਊ ਸ਼ਕਤੀ ਘਟ ਗਈ ਤੇ ਵਰਖਾ ਦੇ ਵਿੱਚ ਵੀ ਕਮੀ ਹੋ ਗਈ। ਠੀਕ ਹੈ, ਹੁਣ ਆਪਾਂ ਗੱਲ ਕਰੀਏ ਵੀ ਆਪਣੀ ਜਿਹੜੀ ਹੈਗੀ ਕੱਕਾ ਭਾਗ ਉਹਦੇ ਵਿੱਚ ਅਗਲੀ ਪੀੜ੍ਹੀ ਤੇ ਜੰਗਲਾਂ ਦੀ ਕਟਾਈ ਨਾਲ ਅਗਲੀ ਪੀੜ੍ਹੀ ਤੇ ਕੀ ਪ੍ਰਭਾਵ ਪਊਗਾ। ਠੀਕ ਹੈ, ਜੰਗਲਾਂ ਦੀ ਕਟਾਈ ਨਾਲ ਕੀ ਹੋਊਗਾ, ਜੰਗਲਾਂ ਦੀ ਕਟਾਈ ਨਾਲ ਵਾਤਾਵਰਣ ਵਿੱਚ ਪਰਿਵਰਤਨ ਆ ਰਿਹਾ ਹੈ। ਹੋਰ ਬਹੁਤ ਸਾਰੀਆਂ ਸਮੱਸਿਆਵਾਂ ਜਿਵੇਂ ਗਲੋਬਲ ਵਾਰਮਿੰਗ, ਹੜ੍ਹ ਅਤੇ ਸੋਕਾ, ਭੂ-ਖੋਰ, ਮਾਰੂਥਲੀਕਰਨ ਆਦਿ ਜੰਗਲਾਂ ਦੀ ਕਟਾਈ ਕਾਰਨ ਹੀ ਪੈਦਾ ਹੋ ਰਹੀਆਂ ਹਨ। ਇਹਨਾਂ ਸਭ ਕਾਰਨ ਅਗਲੀ ਪੀੜ੍ਹੀ ਨੂੰ ਜੀਵਨ ਜਿਉਣ ਵਿੱਚ ਬਹੁਤ ਸਾਰੀਆਂ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੇਖੋ ਆਪਾਂ ਉੱਪਰ ਬਹੁਤ ਸਾਰੀਆਂ ਸਮੱਸਿਆਵਾਂ ਗੱਲ ਕਰ ਲਈ ਹੈ ਵੀ ਜੰਗਲਾਂ ਦੀ ਕਟਾਈ ਨਾਲ ਵਾਤਾਵਰਣ ਇਫੈਕਟ ਹੋ ਰਿਹਾ, ਪ੍ਰਭਾਵਿਤ ਹੋ ਰਿਹਾ, ਗਲੋਬਲ ਵਾਰਮਿੰਗ ਆ ਰਹੀ ਹੈ, ਹੜ੍ਹ ਤੇ ਸੋਕਾ ਪੈ ਰਿਹਾ ਹੈ, ਭੂ-ਖੋਰ ਹੋ ਰਿਹਾ, ਮਾਰੂਥਲੀਕਰਨ ਦਾ ਮਤਲਬ ਕੀ ਹੁੰਦਾ ਬੱਚਿਓ ਵੀ ਤੁਹਾਡੀ ਜਿਹੜੀ ਧਰਤੀ ਹੈਗੀ ਉਹ ਮਾਰੂਥਲ ਦੇ ਵਿੱਚ ਬਦਲ ਰਹੀ ਹੈਗੀ। ਠੀਕ ਹੈ,
ਤਾਂ ਉਹਦੇ ਨਾਲ ਕਹਿੰਦਾ ਕੀ ਹੈਗਾ, ਜਦੋਂ ਇੰਨੀਆਂ ਸਾਰੀਆਂ ਸਮੱਸਿਆਵਾਂ ਹੋ ਜਾਣਗੀਆਂ ਤਾਂ ਅਗਲੀ ਪੀੜ੍ਹੀ ਨੂੰ ਆਪਣੇ ਜੀਵਨ ਜਿਉਣ ਲਈ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਊਗਾ। ਠੀਕ ਹੈ ਬੱਚਿਓ, ਜਿਹੜਾ ਫੋਰਥ ਕੁਐਸਚਨ ਹੈ ਉਹਦੇ ਵਿੱਚ ਤੁਹਾਨੂੰ ਤਿੰਨ ਅੱਗੇ ਪ੍ਰਸ਼ਨ ਦਿੱਤੇ ਨੇ, ਜਿਹਦੇ ਵਿੱਚ ਕੀ ਹੈ, ਕੀ ਹੋਵੇਗਾ ਜੇ ਅਸੀਂ ਦਰਖਤਾਂ ਦੀ ਕਟਾਈ ਕਰਦੇ ਰਹੇ। ਜੇ ਅਸੀਂ ਦਰਖਤਾਂ ਦੀ ਕਟਾਈ ਕਰਦੇ ਰਹੇ ਤਾਂ ਫਿਰ ਕੀ ਹੋਊਗਾ। ਜੇ ਅਸੀਂ ਦਰਖਤਾਂ ਦੀ ਕਟਾਈ ਕਰਦੇ ਰਹੇ ਤਾਂ ਇਸ ਨਾਲ ਜੀਵ ਜੰਤੂਆਂ ਦੇ ਕੁਦਰਤੀ ਆਵਾਸ ਨਸ਼ਟ ਹੋ ਜਾਣਗੇ। ਉੱਪਰ ਵੀ ਗੱਲ ਕੀਤੀ ਸੀ, ਜੇ ਤੁਸੀਂ ਜੰਗਲ ਕੱਟਦੇ ਜਾਂ ਦਰਖਤ ਕੱਟਦੇ ਤਾਂ ਜਿੱਥੇ ਜੀਵ ਜੰਤੂ ਰਹਿੰਦੇ ਆ ਉਹਨਾਂ ਦਾ ਕੁਦਰਤੀ ਆਵਾਸ ਜਿਹੜਾ ਹੈਗਾ ਨਸ਼ਟ ਹੋ ਜਾਊਗਾ। ਜੈ ਭਿੰਨਤਾਵਾਂ ਵੀ ਖਤਮ ਹੋ ਜਾਣਗੀਆਂ। ਜੈ ਭਿੰਨਤਾ ਮਤਲਬ ਵੀ ਜਿਹੜੀ ਆਪਣੀ ਜੀਵਾਂ ਦੀ ਭਿੰਨਤਾ ਇਸ ਧਰਤੀ ਤੇ ਉਹ ਵੀ ਹੌਲੀ ਹੌਲੀ ਫਿਰ ਖਤਮ ਹੋ ਜੂਗੀ। ਗਲੋਬਲ ਵਾਰਮਿੰਗ ਦੇ ਕਾਰਨ ਧਰਤੀ ਦੇ ਔਸਤ ਤਾਪਮਾਨ ਵਿੱਚ ਵੀ ਵਾਧਾ ਹੋ ਜਾਵੇਗਾ। ਜਿਹੜਾ ਤਾਪਮਾਨ ਧਰਤੀ ਦਾ ਔਸਤ ਤਾਪਮਾਨ ਹੈ ਜਿੰਨਾ ਵੀ ਹੈਗਾ ਉਹ ਤੋਂ ਕਹਿੰਦਾ ਫਿਰ ਵਧਣਾ ਸ਼ੁਰੂ ਹੋ ਜਾਊਗਾ, ਤੇ ਇਹ ਵੱਧ ਰਹੇ ਤਾਪਮਾਨ ਦੇ ਉੱਪਰ ਫਿਰ ਸਾਨੂੰ ਰਹਿਣਾ ਧਰਤੀ ਤੇ ਔਖਾ ਹੋ ਜਾਊਗਾ। ਹੜ੍ਹ, ਸੋਕਾ, ਭੂ ਖੋਰ, ਮਾਰੂਥਲੀਕਰਨ ਆਦਿ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਵੀ ਪੈਦਾ ਹੋ ਜਾਣਗੀਆਂ। ਕਹਿੰਦਾ ਦਰਖਤਾਂ ਦੀ ਕਟਾਈ ਦੇ ਨਾਲ ਹੜ੍ਹ ਵੀ ਆਉਣਗੇ, ਸੋਕਾ ਵੀ ਆਊਗਾ, ਭੂ ਖੋਰ ਵੱਧ ਜਾਊਗਾ, ਮਾਰੂਥਲੀਕਰਨ ਤੇ ਹੋਰ ਬਹੁਤ ਸਾਰੀਆਂ ਅਣਗਿਣਤ ਸਮੱਸਿਆਵਾਂ ਸਾਨੂੰ ਦੇਖਣੀਆਂ ਪੈਣਗੀਆਂ। ਆੜਾ ਭਾਗ ਬੇਟਾ ਕੀ ਹੈਗਾ, ਕੀ ਹੋਵੇਗਾ ਜੇ ਕਿਸੇ ਜੰਤੂ ਦਾ ਆਵਾਸ ਨਸ਼ਟ ਹੋ ਜਾਵੇ। ਕਿਸੇ ਜੰਤੂ ਦਾ ਰਹਿਣ ਬਸੇਰਾ ਹੀ ਕਹਿੰਦੇ ਜੇ ਨਸ਼ਟ ਹੋ ਜਾਵੇ ਫਿਰ ਕੀ ਹੋਊਗਾ। ਜੰਤੂ ਦਾ ਆਵਾਸ ਉਸ ਦੀ ਮੁੱਢਲੀ ਲੋੜਾਂ ਜਿਵੇਂ ਭੋਜਨ, ਪਾਣੀ, ਰਹਿਣ ਲਈ ਸਥਾਨ ਆਦਿ ਦੀ ਪੂਰਤੀ ਲਈ ਸਹਾਇਕ ਹੁੰਦਾ ਹੈ। ਕਹਿੰਦਾ ਜੰਤੂ ਦਾ ਜਿਹੜਾ ਆਵਾਸ ਹੈ ਉਹਦੀ ਜਿਹੜੀ ਬੇਸਿਕ ਨੀਡਸ ਹੈ, ਮੁੱਢਲੀਆਂ ਲੋੜਾਂ ਨੇ, ਚਾਹੇ ਉਹਦੀ ਭੋਜਨ ਦੀ ਹੈ, ਪਾਣੀ ਹੈ, ਚਾਹੇ ਉਹਨੂੰ ਰਹਿਣ ਲਈ ਜਗ੍ਹਾ ਦੀ ਲੋੜ ਹੈ, ਉੱਥੋਂ ਹੀ ਉਹਦੀ ਆਵਾਸ ਤੋਂ ਆਪਣੀ ਇਹਨਾਂ ਜ਼ਰੂਰਤਾਂ ਦੀ ਉਹ ਪੂਰਤੀ ਕਰਦਾ ਹੈ। ਜੇ ਕਿਸੇ ਜੰਤੂ ਦਾ ਆਵਾਸ ਨਸ਼ਟ ਹੋ ਜਾਵੇ ਤਾਂ ਉਸ ਨੂੰ ਜ਼ਿੰਦਾ ਰਹਿਣ ਲਈ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਉਹ ਜੀਵ ਮਰ ਵੀ ਸਕਦਾ ਹੈ। ਕਹਿੰਦਾ ਜੇ ਜੀਵ ਨੂੰ ਉਹਦੇ ਕੁਦਰਤੀ ਆਵਾਸ ਤੋਂ ਹੀ ਆਪਾਂ ਖਤਮ ਕਰ ਦਈਏ, ਉਹਦੇ ਆਵਾਸ ਨੂੰ ਖਤਮ ਕਰਤਾ, ਤਾਂ ਫਿਰ ਕਹਿੰਦਾ ਹੋ ਸਕਦਾ ਵੀ ਉਹਨੂੰ ਇੰਨੀਆਂ ਹੋਰ ਪਤਾ ਹੀ ਨਹੀਂ ਕਿੰਨੀਆਂ ਸਾਰੀਆਂ ਸਮੱਸਿਆਵਾਂ ਦਾ, ਭੋਜਨ ਦੇ ਲਈ, ਪਾਣੀ ਦੇ ਲਈ, ਰਹਿਣ ਦੇ ਲਈ ਕਿੰਨੀਆਂ ਸਾਰੀਆਂ ਸਮੱਸਿਆਵਾਂ ਉਹਨੂੰ ਫੇਸ ਕਰਨੀਆਂ ਪੈ ਸਕਦੀਆਂ ਨੇ, ਝੱਲਣੀਆਂ ਪੈ ਸਕਦੀਆਂ ਨੇ ਗਿਆ, ਤੇ ਹੋ ਸਕਦਾ ਵੀ ਉਹ ਆਪਦੇ ਆਪ ਨੂੰ ਇੰਨੀਆਂ ਸਮੱਸਿਆਵਾਂ ਨਾ ਝੇਲ ਸਕੇ ਤੇ ਉਹ ਮਰ ਵੀ ਜਾਵੇ, ਜਿਸ ਨਾਲ ਉਹਨਾਂ ਦੀ ਪ੍ਰਜਾਤੀ ਸੰਕਟਕਾਲੀਨ ਹੋ ਸਕਦੀ ਹੈ। ਠੀਕ ਹੈ, ਤਾਂ ਉਹਨਾਂ ਦੀ ਪ੍ਰਜਾਤੀ ਕਹਿੰਦਾ ਖਤਮ ਹੋਣ ਦੇ ਕਗਾਰ ਤੇ ਵੀ ਪਹੁੰਚ ਸਕਦੀ ਹੈ, ਜਾਂ ਇੱਕ ਪੁਆਇੰਟ ਤੇ ਆ ਕੇ ਖਤਮ ਵੀ ਹੋ ਸਕਦੀਆਂ ਨੇ। ਠੀਕ ਹੈ, ਈੜੀ ਭਾਗ ਦੇ ਵਿੱਚ ਬੱਚਿਓ ਕੀ ਹੈਗਾ, ਕੀ ਹੋਵੇਗਾ ਮਿੱਟੀ ਦੀ ਉੱਪਰਲੀ ਪਰਤ ਨੰਗੀ ਹੋ ਜਾਵੇ। ਮਿੱਟੀ ਦੀ ਜਿਹੜੀ ਉੱਪਰਲੀ ਪਰਤ ਹੈ ਜਿਹਨੂੰ ਤੁਸੀਂ ਕੀ ਕਹਿੰਦੇ ਹੋਗੇ, ਉਪਜਾਊ ਮਿੱਟੀ ਹੈ, ਜੇ ਉਹ ਖਤਮ ਹੋ ਜਾਵੇ ਤਾਂ ਕੀ ਹੋਊਗਾ, ਉਹ ਨੰਗੀ ਹੋਗੀ ਮਤਲਬ ਉੱਪਰ ਵਾਲੀ ਪਰਤ ਨਸ਼ਟ ਹੋਗੀ। ਤਾਂ ਜਿਹੜੀ ਤੁਹਾਡੇ ਕੋਲ ਕੀ ਹੈਗਾ, ਮਿੱਟੀ ਦੀ ਉੱਪਰਲੀ ਪਰਤ ਨੰਗੀ ਹੋ ਜਾਵੇ ਤਾਂ ਇਸ ਨਾਲ ਮਿੱਟੀ ਵਿੱਚ ਮੱਲੜ ਦੀ ਕਮੀ ਹੋ ਜਾਂਦੀ ਹੈ। ਤਾਂ ਕਹਿੰਦਾ ਜੇ ਉੱਪਰਲੀ ਪਰਤ ਹੀ ਨੰਗੀ ਹੋ ਜਾਵੇ ਤਾਂ ਉਹਦੇ ਨਾਲ ਕੀ ਹੈਗਾ, ਕਹਿੰਦਾ ਫਿਰ ਉਹ ਜਿਹੜੀ ਪਰਤ ਹੈਗੀ ਉਹ ਕੀ ਹੋ ਜੂਗੀ, ਫਿਰ ਤੁਹਾਡੀ ਜਿਹੜੀ ਮਿੱਟੀ ਹੈਗੀ ਉਹ ਤੁਹਾਡੀ ਜਿਹੜੀ ਹੈਗੀ ਉਪਜਾਊ ਮੱਲੜ ਹੈ, ਮੱਲੜ ਦੀ ਕਮੀ ਹੋ ਜੂਗੀ, ਤੇ ਜਿਹੜਾ ਉਹਨੂੰ ਪਕੜ ਕੇ ਰੱਖਣਾ ਹੈਗਾ ਮਿੱਟੀ ਨੂੰ, ਉਹ ਜਿਹੜੇ ਤੱਤ ਹੈਗੇ ਉਹ ਖਤਮ ਹੋ ਜਾਣਗੇ। ਠੀਕ ਹੈ, ਹੋਰ ਕੀ ਹੋਊਗਾ ਇਹਦੇ ਨਾਲ ਬੇਟਾ, ਇਸ ਲਈ ਇਸ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ। ਹੌਲੀ ਹੌਲੀ ਉਪਜਾਊ ਮਿੱਟੀ ਮਾਰੂਥਲ ਵਿੱਚ ਬਦਲ ਜਾਂਦੀ ਹੈ। ਇਸ ਨੂੰ ਮਾਰੂਥਲੀਕਰਨ ਕਹਿੰਦੇ ਨੇ। ਜਿਵੇਂ ਪਹਿਲਾਂ ਗੱਲ ਕੀਤੀ ਹੈ ਵੀ ਜੇ ਨੰਗੀ ਹੋਗੀ ਤਾਂ ਉਹਦੇ ਨਾਲ ਉਹਦੀ ਮਿੱਟੀ ਦੀ ਉਪਜਾਊ ਸ਼ਕਤੀ ਘਟ ਜੂਗੀ ਕੁਦਰਤੀ ਤੌਰ ਤੇ ਫਿਰ ਕਹਿੰਦਾ ਕੀ ਹੈ, ਉਹ ਜਿਹੜੀ ਭੂਮੀ ਹੈਗੀ ਉਹ ਮਾਰੂਥਲ ਦੇ ਵਿੱਚ ਬਦਲਣੀ ਸ਼ੁਰੂ ਹੋ ਜੂਗੀ, ਜਿਹਨੂੰ ਤੁਸੀਂ ਮਾਰੂਥਲੀਕਰਨ ਕਹਿੰਦੇ ਹੋਗੇ। ਠੀਕ ਹੈ ਬੱਚੋ, ਬੇਟਾ ਪੰਜਵੇਂ ਕੁਐਸਚਨ ਦੇ ਵਿੱਚ ਆਪਾਂ ਸਪੀਕ ਵਿੱਚ ਉੱਤਰ ਦੇਣੇ ਨੇ, ਜਿਹਦੇ ਵਿੱਚ ਪਹਿਲਾ ਆਪਣੇ ਕੋਲ ਭਾਗ ਹੈਗਾ ਕਿ ਸਾਨੂੰ ਜੈ ਭਿੰਨਤਾ ਦਾ ਸੁਰੱਖਿਅਨ ਕਿਉਂ ਕਰਨਾ ਚਾਹੀਦਾ ਹੈ। ਜਿਹੜਾ ਜੀਵਾਂ ਦੀ ਭਿੰਨਤਾ ਹੈ ਇਹਨਾਂ ਦਾ ਆਪਾਂ ਨੂੰ ਸੁਰੱਖਿਆ ਕਿਉਂ ਕਰਨੀ ਚਾਹੀਦੀ ਹੈ। ਜੀਵ ਭਿੰਨਤਾ ਤੋਂ ਭਾਵ ਕਿਸੇ ਖੇਤਰ ਵਿੱਚ ਮਿਲਣ ਵਾਲੇ ਪੌਦੇ, ਜੰਤੂ ਅਤੇ ਸੂਖਮ ਜੀਵਾਂ ਦੀਆਂ ਭਿੰਨ ਭਿੰਨ ਪ੍ਰਜਾਤੀਆਂ ਤੋਂ ਹੈ। ਠੀਕ ਹੈ, ਕਿਸੇ ਵੀ ਖਾਸ ਖੇਤਰ ਦੇ ਵਿੱਚ ਜਿਹੜੀਆਂ ਕਿਸੇ ਵੀ ਜੀਵ ਦੇ ਪੌਦੇ ਜਾਂ ਤੁਹਾਡੇ ਕੋਲ ਪੌਦੇ ਮਿਲੇ ਨੇ, ਜੰਤੂ ਮਿਲੇ ਜਾਂ ਸੂਖਮ ਜੀਵ ਮਿਲੇ, ਉਹ ਉਸ ਖੇਤਰ ਦੀ ਕੀ ਬਣ ਜਾਂਦੀ ਹੈ, ਜੀਵ ਜਾਂ ਜੈਵ ਭਿੰਨਤਾ ਬਣ ਜਾਂਦੀ ਹੈ। ਤੇ ਜੇ ਅਸੀਂ ਗੱਲ ਕਰੀਏ ਕਹਿੰਦਾ ਸਾਡੀ ਭੋਜਨ ਲੜੀ ਵਿੱਚ ਸਾਰੇ ਜੀਵ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਦੂਜੇ ਉੱਤੇ ਨਿਰਭਰ ਕਰਦੇ ਨੇ, ਇਸ ਲਈ ਕਿਸੇ ਇੱਕ ਪ੍ਰਜਾਤੀ ਦੇ ਖਤਮ ਹੋਣ ਨਾਲ ਬਾਕੀ ਜੀਵ ਵੀ ਪ੍ਰਭਾਵਿਤ ਹੋਣਗੇ। ਇਸ ਲਈ ਸਾਨੂੰ ਜੈਵ ਭਿੰਨਤਾ ਦਾ ਸੁਰੱਖਿਅਨ ਕਰਨਾ ਚਾਹੀਦਾ ਹੈ। ਕਹਿੰਦਾ ਆਪਣੀ ਜਿਹੜੀ ਭੋਜਨ ਲੜੀ ਹੈ ਉਸ ਭੋਜਨ ਲੜੀ ਦੇ ਵਿੱਚ ਹਰ ਜੀਵ ਇੱਕ ਦੂਜੇ ਤੇ ਨਿਰਭਰ ਕਰਦਾ ਹੈਗਾ।
ਕੋਈ ਵੀ ਇੱਕ ਇਕੱਲਾ ਜੀਵ ਨਹੀਂ ਰਹਿ ਸਕਦਾ, ਉਹ ਆਪਦੇ ਲੋੜਾਂ ਨਹੀਂ ਪੂਰੀਆਂ ਕਰ ਸਕਦਾ। ਇਹ ਜਿਹੜਾ ਆਪਾਂ ਵੀ ਆਪਣੇ ਆਲੇ ਦੁਆਲੇ ਤੇ ਆਪਣੇ ਭੋਜਨ ਦੇ ਲਈ, ਆਪਣੇ ਰਹਿਣ ਸਹਿਣ ਦੇ ਲਈ, ਆਪਣੇ ਕੱਪੜਿਆਂ ਦੇ ਲਈ, ਹਰ ਚੀਜ਼ ਦੇ ਲਈ ਆਪਾਂ ਆਪਣੇ ਆਲੇ ਦੁਆਲੇ ਤੇ ਨਿਰਭਰ ਕਰਦੇ ਆ। ਇਸ ਲਈ ਕਹਿੰਦਾ, ਜੇ ਕਹਿੰਦਾ ਕੀ ਹੈਗਾ, ਇੱਕ ਪ੍ਰਜਾਤੀ ਖਤਮ ਹੋਵੇ ਤਾਂ ਉਹਦੇ ਨਾਲ ਬਾਕੀ ਪ੍ਰਜਾਤੀਆਂ ਤੇ ਵੀ ਸੰਕਟ ਆ ਜਾਊਗਾ, ਤੇ ਜਿਹਦੇ ਨਾਲ ਕਹਿੰਦਾ ਕੀ ਹੈਗਾ, ਫਿਰ ਬਾਕੀ ਪ੍ਰਜਾਤੀਆਂ ਵੀ ਖਤਮ ਹੋਣੀਆਂ ਸ਼ੁਰੂ ਹੋ ਜਾਣਗੀਆਂ। ਇਸ ਲਈ ਕਹਿੰਦਾ ਸਾਨੂੰ ਜੈਵ ਵਿਭਿੰਨਤਾ ਦਾ ਸੁਰੱਖਿਅਨ ਕਰਨਾ ਚਾਹੀਦਾ ਹੈ, ਜਿਹੜਾ ਕਿ ਬਹੁਤ ਜ਼ਰੂਰੀ ਹੈ। ਆੜਾ ਭਾਗ ਵਿੱਚ ਕੀ ਹੈਗਾ, ਸੁਰੱਖਿਅਤ ਕੀਤੇ ਜੰਗਲ ਵੀ ਜੰਗਲੀ ਜੀਵਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹਨ। ਕਿਉਂ? ਕਹਿੰਦੇ ਆਪਾਂ ਜੀਵ ਰੱਖਾਂ ਦੀ ਗੱਲ ਕਰਦੇ ਆਂਗੇ, ਜਿਹੜੇ ਸੁਰੱਖਿਅਤ ਖੇਤਰ ਹੈ ਇਹਨਾਂ ਦੀ ਗੱਲ ਕਰਦੇ ਆ, ਕਿ ਉਹ ਜਿਹੜੇ ਸੁਰੱਖਿਅਤ ਖੇਤਰ ਨੇ ਉਹ ਪੂਰੀ ਤਰ੍ਹਾਂ ਜੀਵਾਂ ਦੇ ਲਈ, ਚਾਹੇ ਉਹ ਜੰਗਲੀ ਜੀਵਾਂ ਦੇ ਲਈ, ਚਾਹੇ ਪੇੜ ਪੌਦੇ ਹੈ, ਕਿ ਉਹਨਾਂ ਦੇ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈਗੇ ਆ? ਤਾਂ ਕਹਿੰਦੇ ਉਹ ਨਹੀਂ ਹੈਗੇ। ਕਿਉਂ ਨਹੀਂ ਹੈਗੇ? ਫਿਰ ਕਾਰਨ ਕੀ ਹੈਗਾ? ਸੁਰੱਖਿਅਤ ਕੀਤੇ ਜੰਗਲਾਂ ਦੇ ਆਸ-ਪਾਸ ਰਹਿਣ ਵਾਲੇ ਲੋਕ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਇਹਨਾਂ ਜੰਗਲਾਂ ਤੇ ਹੀ ਨਿਰਭਰ ਕਰਦੇ ਹਨ। ਕਹਿੰਦਾ ਉੱਥੇ ਜਿਹੜੇ ਲੋਕ ਰਹਿੰਦੇ ਨੇ, ਆਦੀਵਾਸੀ ਪੁਰਾਤਨ ਲੋਕ, ਉਹ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਨ ਦੇ ਲਈ ਇਹਨਾਂ ਜੰਗਲਾਂ ਤੇ ਹੀ ਨਿਰਭਰ ਕਰਦੇ ਨੇ। ਚਾਹੇ ਉਹਨਾਂ ਨੂੰ ਲੱਕੜੀ ਚਾਹੀਦੀ ਹੈ, ਚਾਹੇ ਕੋਈ ਮਾंस ਚਾਹੀਦਾ ਹੈ, ਚਾਹੇ ਫਰਨੀਚਰ ਬਣਾਉਣਾ, ਉਹਨਾਂ ਨੇ ਕੁਝ ਵੀ ਕਰਨਾ ਹੈ, ਉਹਨਾਂ ਸਾਰੀਆਂ ਲੋੜਾਂ ਦੇ ਲਈ ਕਹਿੰਦਾ ਉਹ ਇਹਨਾਂ ਜੰਗਲਾਂ ਤੇ ਹੀ ਨਿਰਭਰ ਕਰਦੇ ਨੇ। ਠੀਕ ਹੈ। ਜੰਤੂ ਇਹਨਾਂ ਲੋਕਾਂ ਦੀ ਮੌਜੂਦਗੀ ਤੋਂ ਡਰ ਜਾਂਦੇ ਹਨ, ਇਸ ਲਈ ਕਈ ਵਾਰ ਇਹਨਾਂ ਦੀ ਮੌਤ ਹੋ ਜਾਂਦੀ ਹੈ ਅਤੇ ਪੈਸੇ ਦੇ ਲਾਲਚ ਵਿੱਚ ਲੋਕ ਇਹਨਾਂ ਨੂੰ ਵੇਚ ਵੀ ਦਿੰਦੇ ਨੇ। ਠੀਕ ਹੈ। ਕਈ ਵਾਰ ਤਾਂ ਕੀ ਹੈ, ਕਹਿੰਦੇ ਜਿਹੜੇ ਉੱਥੇ ਜਾਨਵਰ ਰਹਿੰਦੇ ਨੇ, ਜਦੋਂ ਮਨੁੱਖ ਆਂਦਾ ਹੈ, ਮਨੁੱਖ ਦੀ ਮੌਜੂਦਗੀ ਦੇ ਕਾਰਨ ਉਹ ਡਰ ਕੇ ਸਹਿਮ ਜਾਂਦੇ ਨੇ ਤਾਂ ਉਹਨਾਂ ਦੀ ਮੌਤ ਹੋ ਜਾਂਦੀ ਹੈ। ਔਰ ਕਈ ਵਾਰ ਤਾਂ ਕਹਿੰਦਾ ਲੋਕ ਕੀ ਹੈ, ਪੈਸੇ ਦੇ ਲਾਲਚ ਦੇ ਵਿੱਚ, ਚਾਹੇ ਜੇ ਹਾਥੀ ਦੇ ਕੋਈ ਹਿੱਸੇ ਵੇਚਣੇ ਆ, ਚਾਹੇ ਤੁਸੀਂ ਐਂ ਕਹਿ ਲਓ ਜਿਹੜਾ ਆਪਣੇ ਸ਼ੇਰ ਚੀਤੇ ਵਗੈਰਾ ਇਹਨਾਂ ਦੀ ਖੱਲ ਵੇਚਣੀ ਹੈ, ਕਹਿੰਦਾ ਪੈਸੇ ਦੇ ਲਾਲਚ 'ਚ ਲੋਕ ਇਹਨਾਂ ਦੇ ਜਿਹੜੇ ਸਰੀਰ ਦੇ ਵੱਖ-ਵੱਖ ਹਿੱਸਿਆਂ ਨੂੰ ਵੇਚ ਦਿੰਦੇ ਨੇ। ਇਸ ਲਈ ਹੀ ਕਹਿੰਦੇ, ਆਪਾਂ ਕਹਿੰਦੇ ਆ, ਇਸ ਲਈ ਸੁਰੱਖਿਅਤ ਕੀਤੇ ਜੰਗਲ ਵੀ ਜੰਗਲੀ ਜੀਵਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹਨ। ਠੀਕ ਹੈ। ਤਾਂ ਜਿਨ੍ਹਾਂ ਨੂੰ ਗਵਰਨਮੈਂਟ ਨੇ ਸੁਰੱਖਿਅਤ ਵੀ ਕਰਤਾ, ਉਹ ਵੀ ਉਹਨਾਂ ਦੇ ਲਈ ਸੁਰੱਖਿਅਤ ਨਹੀਂ ਹੈ, ਕਿਉਂਕਿ ਜਿਹੜੇ ਆਸ-ਪਾਸ ਰਹਿਣ ਵਾਲੇ ਲੋਕ ਹੈ ਉਹ ਬਹੁਤ ਪ੍ਰਭਾਵਿਤ ਕਰਦੇ ਹੈਗੇ, ਆਪਦੀਆਂ ਲੋੜਾਂ ਨੂੰ ਪੂਰੀਆਂ ਕਰਦੇ ਨੇ ਉਹਨਾਂ ਤੋਂ। ਤਾਂ ਪੂਰੀ ਤਰ੍ਹਾਂ ਸ਼ਾਇਦ ਜਿਹੜਾ ਸਰਕਾਰ ਹੈ ਉਹ ਵੀ ਉਹਨਾਂ ਨੂੰ ਰੋਕ ਨਹੀਂ ਪਾਉਂਦੀ, ਚਾਹੇ ਕਿੰਨੀ ਵੀ ਉੱਥੇ ਆਪਾਂ ਸੁਰੱਖਿਆ ਪ੍ਰੋਵਾਈਡ ਕਰਦਾ ਨੇ ਹੈਗੇ। ਈੜੀ ਭਾਗ ਵਿੱਚ ਕੀ ਹੈਗਾ, ਕੁਝ ਆਦੀਵਾਸੀ ਵਨਾਂ ਜੰਗਲਾਂ ਉੱਪਰ ਨਿਰਭਰ ਕਰਦੇ ਹਨ। ਕਿਵੇਂ? ਕਹਿੰਦਾ ਆਪਾਂ ਆਦੀਵਾਸੀ ਲੋਕਾਂ ਦੀ ਗੱਲ ਕਰਦੇ ਆ, ਉਹ ਜੰਗਲਾਂ ਉੱਤੇ ਨਿਰਭਰ ਕਰਦੇ ਨੇ। ਕਿਵੇਂ ਨਿਰਭਰ ਕਰਦੇ ਨੇ? ਆਦੀਵਾਸੀ ਲੋਕ ਆਪਣੀਆਂ ਭੋਜਨ, ਚਾਰੇ ਅਤੇ ਬਾਕੀ ਸਾਰੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਲਈ ਜੰਗਲਾਂ ਉੱਤੇ ਹੀ ਨਿਰਭਰ ਕਰਦੇ ਨੇ। ਆਦੀਵਾਸੀ ਲੋਕਾਂ ਨੂੰ ਚਾਹੇ ਭੋਜਨ ਚਾਹੀਦਾ ਹੈ, ਚਾਹੇ ਜਾਨਵਰ ਦੇ ਲਈ ਚਾਰਾ ਚਾਹੀਦਾ ਹੈ, ਹੋਰ ਵੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ, ਲੱਕੜ ਚਾਹੀਦੀ ਹੈ ਬਾਲਣ ਦੇ ਲਈ, ਜਾਂ ਜੋ ਵੀ ਚੀਜ਼ ਚਾਹੀਦੀ ਹੈ, ਉਹਨਾਂ ਸਾਰੀਆਂ ਜ਼ਰੂਰਤਾਂ ਨੂੰ ਉਹ ਇਹਨਾਂ ਜੰਗਲਾਂ ਤੋਂ ਹੀ ਪੂਰਾ ਕਰਦੇ ਨੇ। ਬੇਟਾ ਸੱਸਾ ਭਾਗ ਕੀ ਹੈਗਾ, ਜੰਗਲਾਂ ਦੀ ਕਟਾਈ ਦੇ ਕਾਰਨ ਅਤੇ ਪ੍ਰਭਾਵ। ਕੀ ਕਾਰਨ ਨੇ ਆਪਾਂ ਨੂੰ ਜੰਗਲਾਂ ਦੀ ਜਿਹੜੀ ਕਟਾਈ ਕਰਨੀ ਪੈ ਰਹੀ ਹੈ, ਤੇ ਫਿਰ ਉਹਨਾਂ ਦੇ ਕੀ ਪ੍ਰਭਾਵ ਹੋਣਗੇ? ਕਾਰਨ ਕੀ ਹੈ? ਦੇਖੋ, ਜਿਹੜੀ ਵੱਧਦੀ ਜਨਸੰਖਿਆ, ਉਹਨਾਂ ਵੱਧਦੀ ਜਨਸੰਖਿਆ ਨੂੰ ਰਹਿਣ ਲਈ ਜਗ੍ਹਾ ਚਾਹੀਦੀ ਹੈ, ਘਰ ਚਾਹੀਦੇ ਆ। ਤਾਂ ਜਨਸੰਖਿਆ ਦੇ ਵਾਧੇ ਕਾਰਨ ਘਰ ਬਣਾਉਣ ਦੇ ਲਈ ਆਪਾਂ ਕੀ ਕਰਦੇ ਹਾਂ, ਜੰਗਲਾਂ ਦੀ ਕਟਾਈ ਕਰਦੇ ਹਾਂ। ਦੂਜਾ ਤੁਹਾਡੇ ਕੋਲ ਕੀ ਹੈ, ਖੇਤੀਯੋਗ ਭੂਮੀ ਲਈ। ਖੇਤੀਯੋਗ ਭੂਮੀ ਨੂੰ ਜਿਹੜਾ ਹੈਗਾ ਭੂਮੀ ਇਸ ਤਰ੍ਹਾਂ ਦੀ ਬਣਾਉਂਦੇ ਆਪਾਂ ਵੀ, ਉਹ ਜਿਹੜੀ ਆਪਾਂ ਨੂੰ ਪਤਾ ਵੀ ਜਿੱਥੇ ਜੰਗਲ ਹੈ ਉੱਥੇ ਉਪਜਾਊ ਮਿੱਟੀ ਹੈ, ਤਾਂ ਉੱਥੇ ਜੰਗਲਾਂ ਨੂੰ ਕਲੀਅਰ ਕਰਕੇ ਉੱਥੇ ਖੇਤੀਯੋਗ ਭੂਮੀ ਤਿਆਰ ਕੀਤੀ ਜਾਂਦੀ ਹੈ। ਫਿਰ ਲੋਕ ਕੀ ਹੈਗਾ, ਬਾਲਣ ਲਈ ਉਹਨਾਂ ਨੂੰ ਲੱਕੜ ਚਾਹੀਦੀ ਹੈ, ਤਾਂ ਉਹ ਲੱਕੜ ਜਿਹੜੀ ਹੈਗੀ ਉਹ ਜੰਗਲਾਂ ਤੋਂ ਲੈਂਦੇ ਨੇ। ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਜ਼ਰੂਰਤਾਂ ਨੇ ਉਹ ਜੰਗਲਾਂ ਤੋਂ ਪੂਰੀਆਂ ਕਰਦੇ ਨੇ, ਜਿਹਦੇ ਕਰਕੇ ਉਹ ਡੇ ਟੂ ਡੇ ਲਾਈਫ ਦੇ ਵਿੱਚ ਜਿੰਨੇ ਜੰਗਲ ਕੱਟਦੇ ਨੇ, ਉਨੇ ਜੰਗਲ ਜਿਹੜੇ ਹੈਗੇ ਨੇ, ਉਨੇ ਪੇੜ ਪੌਦੇ ਉੱਗ ਨਹੀਂ ਪਾਉਂਦੇ। ਹੁਣ ਜੰਗਲਾਂ ਦੀ ਕਟਾਈ ਤਾਂ ਕਰ ਲਈ, ਇਹਨਾਂ ਨਾਲ ਪ੍ਰਭਾਵ ਕੀ ਹੁੰਦੇ ਨੇ? ਪ੍ਰਭਾਵ ਆਪਾਂ ਪਹਿਲਾਂ ਬਹੁਤ ਵਾਰ ਡਿਸਕਸ ਕਰ ਚੁੱਕੇ ਉੱਪਰਲੇ ਕੁਐਸਚਨਾਂ 'ਚ। ਭੂ-ਖੋਰ ਹੁੰਦਾ ਹੈਗਾ, ਭੂਮੀ ਜਿਹੜੀ ਹੈਗੀ ਭੂਮੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ, ਭੂ-ਖੋਰ ਹੋ ਰਿਹਾ। ਜੈਵਿਕ ਭਿੰਨਤਾ ਦਾ ਖਤਮ ਹੋਣਾ। ਜੈਵਿਕ ਭਿੰਨਤਾ, ਜੀਵ ਭਿੰਨਤਾ ਜਾਂ ਜੈਵ ਭਿੰਨਤਾ, ਇਹ ਜਿਹੜੀ ਹੈਗੀ ਹੈ, ਜੀਵਾਂ ਦੀ ਭਿੰਨਤਾ ਜਿਹੜੀ ਹੈਗੀ ਹੈ ਖਤਮ ਹੋ ਰਹੀ ਹੈਗੀ। ਤੀਸਰਾ ਬੇਟਾ ਸੋਕਾ ਪੈ ਰਿਹਾ ਹੈਗਾ। ਚੌਥਾ ਹੜ੍ਹ ਆ ਰਹੇ ਨੇ। ਠੀਕ ਹੈ। ਸੋਕਾ ਪੈ ਰਿਹਾ ਹੈ, ਉਹ ਕਾਰਨ ਦੱਸਦਾ, ਵਰਖਾ ਦੀ ਕਮੀ ਦੇ ਕਾਰਨ ਸੋਕਾ ਪਊਗਾ। ਹੜ੍ਹ ਤੁਹਾਡੇ ਕੋਲ ਕਿਉਂ ਆਉਣਗੇ? ਕਿਉਂਕਿ ਜਿਹੜੇ ਹੈਗੇ ਪੌਦਿਆਂ ਨੇ, ਜਿਹੜਾ ਤੁਹਾਡੇ ਰੁੱਖਾਂ ਦੀਆਂ ਜੜ੍ਹਾਂ ਨੇ, ਜਿਹੜੀ ਮਿੱਟੀ ਨੂੰ ਫੜ ਕੇ ਰੱਖਣਾ ਸੀ, ਜਿਹੜੇ ਪਾਣੀ ਨੂੰ ਫੜ ਕੇ ਰੱਖਣਾ ਸੀ, ਉਹ ਪਾਣੀ ਜਿਹੜਾ ਹੈਗਾ ਪਕੜਿਆ ਨਹੀਂ ਜਾ, ਜਿਹਦੇ ਕਰਕੇ ਕਹਿੰਦਾ ਕੀ ਹੈਗਾ, ਹੜ੍ਹ ਆਉਣਗੇ। ਗਲੋਬਲ ਵਾਰਮਿੰਗ ਹੋ ਰਹੀ ਹੈ, ਧਰਤੀ ਦਾ ਤਾਪਮਾਨ ਵੱਧ ਰਿਹਾ। ਕਿਉਂ ਵੱਧ ਰਿਹਾ? ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧਣ ਕਾਰਨ। ਕਾਰਬਨ ਡਾਈਆਕਸਾਈਡ ਦੀ ਮਾਤਰਾ ਕਿਉਂ ਵੱਧ ਰਹੀ ਹੈ? ਪੌਦੇ ਕੱਟਣ ਦੇ ਕਰਕੇ ਕਾਰਬਨ ਡਾਈਆਕਸਾਈਡ ਪੌਦੇ ਲੈ ਨਹੀਂ ਪਾ ਰਹੇ, ਜਿਹਦੇ ਕਰਕੇ ਉਹਦੀ ਮਾਤਰਾ ਵੱਧ ਰਹੀ ਹੈ, ਗਲੋਬਲ ਵਾਰਮਿੰਗ ਹੋ ਰਿਹਾ। ਜਲ ਚੱਕਰ ਪੂਰਨ ਰੂਪ ਦੇ ਵਿੱਚ ਪ੍ਰਭਾਵਿਤ ਹੋ ਰਿਹਾ ਹੈਗਾ।
ਇਹ ਸਾਰੀਆਂ ਪ੍ਰਭਾਵ ਜਿਹੜੇ ਹੈਗੇ ਜੰਗਲਾਂ ਦੀ ਕਟਾਈ ਦੇ ਕਾਰਨ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ। ਬੱਚਿਓ ਹਾਹਾ ਭਾਗ ਆਪਣਾ ਕੀ ਹੈਗਾ, ਰੈੱਡ ਡਾਟਾ ਬੁੱਕ ਕੀ ਹੈ। ਠੀਕ ਹੈ, ਹਾਹੇ ਭਾਗ ਦੇ ਵਿੱਚ ਆਪਾਂ ਨੇ ਦੱਸਣਾ ਕਿ ਰੈੱਡ ਡਾਟਾ ਬੁੱਕ ਕੀ ਹੈ। ਇਹ ਬਹੁਤ ਵਾਰ ਕੁਐਸਚਨ ਆ ਜਾਂਦਾ, ਸ਼ਾਰਟ ਕੁਐਸਚਨ, ਧਿਆਨ ਨਾਲ ਇਹਨੂੰ ਸਮਝਿਓ। ਰੈੱਡ ਡਾਟਾ ਬੁੱਕ ਇੱਕ ਅਜਿਹਾ ਸਰੋਤ ਹੈ ਜੋ ਸਾਰੀਆਂ ਖਤਰੇ ਦੇ ਕੰਢੇ ਤੇ ਪਹੁੰਚ ਚੁੱਕੀਆਂ ਪ੍ਰਜਾਤੀਆਂ ਦਾ ਰਿਕਾਰਡ ਰੱਖਦੀ ਹੈ। ਕਹਿੰਦਾ ਜਿਹੜੀਆਂ ਪ੍ਰਜਾਤੀਆਂ, ਚਾਹੇ ਉਹ ਪੌਦੇ ਦੀਆਂ ਨੇ ਚਾਹੇ ਜੰਤੂ ਦੀਆਂ ਨੇ, ਉਹਨਾਂ ਪੌਦੇ ਜੰਤੂ ਦੀਆਂ, ਜਿਹੜੇ ਪੌਦੇ ਜੰਤੂ ਜਾਂ ਆਪਣੇ ਹੋਰ ਜਿਹੜੀ ਪ੍ਰਜਾਤੀਆਂ ਨੇ ਉਹ ਜੀਵ ਹੈਗੇ, ਉਹਨਾਂ ਦਾ ਰਿਕਾਰਡ ਸਾਰਾ ਰੈੱਡ ਡਾਟਾ ਬੁੱਕ ਦੇ ਵਿੱਚ ਹੁੰਦਾ ਹੈਗਾ, ਜਿਹੜੀਆਂ ਕਿ ਖਤਰੇ ਦੇ ਕੰਢੇ ਤੇ ਪਹੁੰਚ ਚੁੱਕੀਆਂ ਨੇ। ਪਰ ਜਿਹੜੀਆਂ ਪੌਦੇ ਜੰਤੂ ਅਤੇ ਹੋਰ ਪ੍ਰਜਾਤੀਆਂ ਲਈ ਵੱਖ-ਵੱਖ ਰੈੱਡ ਡਾਟਾ ਬੁੱਕ ਹੁੰਦੀ ਹੈ। ਸਾਰਾ ਜਿਹੜੇ ਹੈਗੇ ਉਹ ਇੱਕ ਬੁੱਕ 'ਚ ਨਹੀਂ ਹੁੰਦਾ, ਪੌਦੇ ਵੀ ਉਸ 'ਚ, ਜੰਤੂ ਵੀ, ਪੌਦਿਆਂ ਵਾਸਤੇ ਅਲੱਗ, ਜੰਤੂਆਂ ਵਾਸਤੇ ਅਲੱਗ, ਤੇ ਵੱਖ-ਵੱਖ ਜਿਹੜੀਆਂ ਹੋਰ ਪ੍ਰਜਾਤੀਆਂ ਨੇ ਸਭ ਵਾਸਤੇ ਅਲੱਗ-ਅਲੱਗ ਰੈੱਡ ਡਾਟਾ ਬੁੱਕ ਹੁੰਦੀ ਹੈ। ਠੀਕ ਹੈ ਬੇਟਾ। ਕੱਕਾ ਭਾਗ ਆਪਣਾ ਕੀ ਹੈਗਾ, ਪ੍ਰਵਾਸ ਤੋਂ ਕੀ ਸਮਝਦੇ ਹੋ। ਪ੍ਰਵਾਸ ਤੋਂ ਤੁਸੀਂ ਕੀ ਸਮਝਦੇ ਹੋ। ਪ੍ਰਵਾਸ ਦਾ ਕੀ ਮਤਲਬ ਹੈ, ਕਿਸੇ ਜੰਤੂ ਜਾਂ ਜੰਤੂਆਂ ਦੇ ਸਮੂਹ ਦਾ ਆਪਣੇ ਕੁਦਰਤੀ ਆਵਾਸ ਤੋਂ ਇੱਕ ਨਿਸ਼ਚਿਤ ਸਮੇਂ ਦੌਰਾਨ ਦੂਰ ਦਰਾਡੇ ਖੇਤਰਾਂ ਵੱਲ ਜਾਣਾ ਪ੍ਰਵਾਸ ਕਹਾਉਂਦਾ ਹੈ। ਵਧੇਰੇ ਕਰਕੇ ਪੰਛੀ ਹੀ ਜਲਵਾਯੂ ਪਰਿਵਰਤਨ ਕਾਰਨ ਪ੍ਰਵਾਸ ਕਰਦੇ ਨੇ। ਕਿਸੇ ਬੇਟਾ ਕੀ ਹੈਗਾ ਵੀ ਕਿਸੇ ਵੀ ਜੰਤੂ ਜਾਂ ਫਿਰ ਜਿਹੜੇ ਆਪਾਂ ਕਹਿ ਦਈਏ ਵੀ ਤੁਹਾਡੇ ਬੇਸਿਕਲੀ ਜਿਹੜੇ ਬਰਡਸ ਹੈਗੇ ਜਾਂ ਜਿਹੜੇ ਪੰਛੀ ਹੈ, ਉਹਨਾਂ ਦਾ ਕਹਿੰਦਾ ਆਪਣੇ ਕੁਦਰਤੀ ਆਵਾਸ ਤੋਂ, ਠੀਕ ਹੈ, ਤੋਂ ਇੱਕ ਨਿਸ਼ਚਿਤ ਸਮੇਂ ਦੇ ਦੌਰਾਨ ਬਹੁਤ ਦੂਰ ਵਾਲੇ ਖੇਤਰਾਂ ਤੱਕ ਉਹ ਕੀ ਹੈ, ਇੱਕ ਜਗ੍ਹਾ ਤੋਂ ਟਰੈਵਲ ਕਰਕੇ ਦੂਜੀ ਜਗ੍ਹਾ ਤੱਕ ਚਲੇ ਜਾਂਦੇ ਨੇ। ਉਹ ਕਿਉਂ ਜਾਂਦੇ ਨੇ, ਉਹਨਾਂ ਦੇ ਆਸ-ਪਾਸ ਜਿਹੜੀ ਜਲਵਾਯੂ ਹੈ ਉਹ ਉਹਨਾਂ ਦੇ ਅਨੁਕੂਲਨ ਵਿੱਚ ਨਹੀਂ ਹੁੰਦੀ ਹੈਗੀ। ਤਾਂ ਜਦੋਂ ਉਹ ਜਲਵਾਯੂ ਅਨੁਕੂਲਨ ਵਿੱਚ ਨਹੀਂ ਰਹਿੰਦੀ ਤਾਂ ਕਹਿੰਦਾ ਕੀ ਹੈ, ਉਸ ਸਿਚੁਏਸ਼ਨ ਨੂੰ ਰੈਜ਼ਿਸਟ ਕਰਨ ਦੇ ਲਈ, ਪਾਰ ਕਰਨ ਦੇ ਲਈ ਕਹਿੰਦਾ ਉਹ ਕੀ ਹੈ, ਦੂਸਰੀਆਂ ਜਗ੍ਹਾਵਾਂ ਤੇ ਚਲੇ ਜਾਂਦੇ ਨੇ। ਠੀਕ ਹੈ, ਇਹਨੂੰ ਤੁਸੀਂ ਕੀ ਕਹਿੰਦੇ ਹੋ, ਪ੍ਰਵਾਸ ਕਹਿੰਦੇ ਹੋ। ਕਿਸੇ ਜੰਤੂ ਜਾਂ ਜੰਤੂਆਂ ਦੇ ਸਮੂਹ ਦਾ ਆਪਣੇ ਕੁਦਰਤੀ ਆਵਾਸ ਤੋਂ ਇੱਕ ਨਿਸ਼ਚਿਤ ਸਮੇਂ ਦੌਰਾਨ ਦੂਰ ਦਰਾਡੇ ਖੇਤਰਾਂ ਵੱਲ ਜਾਣਾ ਪ੍ਰਵਾਸ ਕਹਾਉਂਦਾ ਹੈ। ਵਧੇਰੇ ਕਰਕੇ ਪੰਛੀ ਹੀ ਜਲਵਾਯੂ ਪਰਿਵਰਤਨ ਕਾਰਨ ਪ੍ਰਵਾਸ ਕਰਦੇ ਹਨ। ਠੀਕ ਹੈ ਬੱਚਿਓ। ਬੱਚਿਓ 6ਵਾਂ ਕੁਐਸਚਨ ਆਪਣਾ ਕੀ ਹੈ, ਫੈਕਟਰੀਆਂ ਅਤੇ ਇਮਾਰਤਾਂ ਵਿੱਚ ਲੱਕੜ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਹੋ ਰਹੀ ਹੈ। ਕਿ ਇਹਨਾਂ ਯੋਜਨਾਵਾਂ ਲਈ ਦਰਖਤਾਂ ਦੀ ਕਟਾਈ ਜਾਇਜ਼ ਹੈ। ਇਸ ਕਥਨ ਉੱਪਰ ਵਿਚਾਰ ਚਰਚਾ ਕਰੋ ਅਤੇ ਸੰਖੇਪ ਵਿੱਚ ਇੱਕ ਰਿਪੋਰਟ ਤਿਆਰ ਕਰੋ। ਠੀਕ ਹੈ ਬੇਟਾ। ਇਹਦੇ ਵਿੱਚ ਕੀ ਹੈ ਵੀ ਆਪਾਂ ਜੰਗਲ ਕੱਟ ਰਹੇ ਹਾਂ, ਚਾਹੇ ਆਪਾਂ ਫੈਕਟਰੀਆਂ ਦੇ ਲਈ ਚਾਹੇ ਇਮਾਰਤਾਂ ਦੇ ਲਈ ਲੱਕੜ ਚਾਹੀਦੀ ਹੈ, ਕਿ ਇਹ ਜਿਹੜੀ ਹੈਗੀ ਹੈ ਇਹ ਸਾਰਾ ਇਹਨਾਂ ਵਾਸਤੇ ਆਪਣੀ ਜਿਹੜੀ ਜੰਗਲਾਂ ਕਟਾਈ ਹੈ ਇਹ ਜਾਇਜ਼ ਹੈਗੀ ਹੈ ਵੀ ਆਪਾਂ ਰੁੱਖ ਕੱਟ ਲਈਏ, ਤੇ ਇਹਦੇ ਤੇ ਆਪਾਂ ਵਿਚਾਰ ਕਰਕੇ ਇੱਕ ਰਿਪੋਰਟ ਤਿਆਰ ਕਰਨੀ ਹੈਗੀ। ਫੈਕਟਰੀਆਂ ਤੇ ਇਮਾਰਤਾਂ ਵਿੱਚ ਲੱਕੜ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਹੋ ਰਹੀ ਹੈ। ਇਹਨਾਂ ਯੋਜਨਾਵਾਂ ਲਈ ਦਰਖਤਾਂ ਦੀ ਕਟਾਈ ਬਿਲਕੁਲ ਵੀ ਜਾਇਜ਼ ਨਹੀਂ ਹੈ। ਕੋਈ ਵੀ ਕਾਰਨ ਹੈ ਕਹਿੰਦਾ, ਚਾਹੇ ਫੈਕਟਰੀ ਹੈ ਚਾਹੇ ਇਮਾਰਤਾਂ ਹੈ, ਚਾਹੇ ਆਪਾਂ ਨੂੰ ਉੱਥੇ ਕਿੰਨੀ ਲੱਕੜ ਚਾਹੀਦੀ ਹੈ, ਇਹਨਾਂ ਵਾਸਤੇ ਆਪਾਂ ਅੰਨ੍ਹੇਵਾਹ ਜਿਹੜੀ ਜੰਗਲਾਂ ਦੀ ਕਟਾਈ ਕਰ ਰਹੇ ਹਾਂ ਇਹ ਬਿਲਕੁਲ ਵੀ ਜਾਇਜ਼ ਨਹੀਂ ਹੈ। ਠੀਕ ਹੈ ਬੱਚਿਓ। ਤਾਂ ਕਹਿੰਦਾ ਕਿ ਇਹ ਦਰਖਤ ਸਾਨੂੰ ਸਾਫ਼ ਹਵਾ ਦਿੰਦੇ ਹਨ ਕਿਉਂਕਿ ਇਹ ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਦੌਰਾਨ ਕਾਰਬਨ ਡਾਈਆਕਸਾਈਡ ਸੋਖਦੇ ਹਨ ਅਤੇ ਆਕਸੀਜਨ ਛੱਡਦੇ ਹਨ। ਤਾਂ ਆਪਾਂ ਪਹਿਲਾਂ ਹੀ ਬਹੁਤ ਵਾਰ ਗੱਲ ਕਰ ਚੁੱਕੇ ਵੀ ਦਰਖਤ ਕੀ ਕਰਦੇ ਨੇ, ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਦੇ ਦੌਰਾਨ ਕਾਰਬਨ ਡਾਈਆਕਸਾਈਡ ਸੋਖਦੇ ਨੇ, ਲੈਂਦੇ ਨੇ ਤੇ ਆਕਸੀਜਨ ਛੱਡਦੇ ਨੇ। ਆਪਾਂ ਨੂੰ ਜਿਹੜੀ ਹੈਗੀ ਹੈ ਜੀਂਦੇ ਰਹਿਣ ਲਈ ਆਕਸੀਜਨ ਦੀ ਜ਼ਰੂਰਤ ਹੈ ਨਾ, ਆਪਣੀ ਸਾਹ ਕਿਰਿਆ ਵਾਸਤੇ ਆਪਾਂ ਨੂੰ ਆਕਸੀਜਨ ਦੀ ਲੋੜ ਹੈ। ਇਸ ਨਾਲ ਕਹਿੰਦਾ ਕੀ ਹੈਗਾ, ਗਲੋਬਲ ਵਾਰਮਿੰਗ ਵੱਧ ਰਹੀ ਹੈ। ਕਾਰਬਨ ਡਾਈਆਕਸਾਈਡ ਵਧਣ ਦੇ ਨਾਲ ਜੇ ਹੁਣ ਜੰਗਲ ਕੱਟ ਦਾਂਗੇ ਤਾਂ ਕਹਿੰਦਾ ਕੀ ਹੈਗਾ ਵੀ ਉਹਦੇ ਨਾਲ ਫਿਰ ਕੀ ਹੋਊਗਾ, ਗਲੋਬਲ ਵਾਰਮਿੰਗ ਵਧੂਗੀ। ਹਰਾ ਘਰ ਪ੍ਰਭਾਵ ਪੈਦਾ ਕਰਨ ਵਾਲੀਆਂ ਜਿਹੜੀਆਂ ਗੈਸਾਂ ਨੇ, ਤੇ ਕਹਿੰਦਾ ਕੀ ਹੈ ਇਸ ਨਾਲ ਗਲੋਬਲ ਵਾਰਮਿੰਗ ਅਤੇ ਹਰਾ ਘਰ ਪੈਦਾ ਕਰਨ ਵਾਲੀਆਂ ਗੈਸਾਂ ਤੇ ਵੀ ਨਿਰੰਤਰ ਰਹਿੰਦਾ ਹੈ। ਹੁਣ ਕਹਿੰਦਾ ਜਿਹੜੇ ਪੌਦੇ ਹੈ ਉਹ ਕੀ ਹੈਗਾ, ਗਲੋਬਲ ਵਾਰਮਿੰਗ ਤੋਂ ਵੀ ਬਚਾਅ ਕਰਦੇ ਨੇ ਤੇ ਹਰਾ ਘਰ ਜਿਹੜਾ ਪ੍ਰਭਾਵ ਪੈਦਾ ਕਰਦੀਆਂ ਨੇ ਗੈਸਾਂ ਉਹਨਾਂ ਨੂੰ ਵੀ ਸੋਖ ਲੈਂਦੇ ਨੇ, ਕਾਰਬਨ ਡਾਈਆਕਸਾਈਡ ਵਰਗੇ। ਦਰਖਤ ਕਹਿੰਦਾ ਮਿੱਟੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਵਿੱਚ ਵੀ ਸਹਾਇਤਾ ਕਰਦੇ ਨੇ। ਠੀਕ ਹੈ, ਕਿਉਂ? ਕਿਉਂਕਿ ਇਹ ਜਿਹੜੀ ਮਿੱਟੀ ਦੀ ਉੱਪਰਲੀ ਪਰਤ ਹੈ, ਉਪਜਾਊ ਮਿੱਟੀ ਦੀ ਪਰਤ ਹੈ, ਉਹਨੂੰ ਪਕੜ ਕੇ ਰੱਖਦੇ ਨੇ। ਠੀਕ ਹੈ, ਇਹ ਸਾਨੂੰ ਕੁਦਰਤੀ ਆਫਤਾਂ ਤੋਂ ਵੀ ਬਚਾ ਕੇ ਰੱਖਦੇ ਨੇ। ਦਰਖਤਾਂ ਦੀ ਕਟਾਈ ਨਾਲ ਕਿਹੜੀਆਂ ਸਮੱਸਿਆਵਾਂ ਆਉਣਗੀਆਂ, ਹੇਠ ਲਿਖਿਆ ਆਪਾਂ ਚਰਚਾ ਕਰਦੇ ਹਾਂ। ਭੂ-ਖੋਰ ਹੋਊਗਾ, ਜੈਵਿਕ ਵਿਭਿੰਨਤਾ ਖਤਮ ਹੋ ਜੂਗੀ, ਸੋਕਾ ਤੇ ਹੜ੍ਹ ਆਉਣ ਦੀ ਸਮੱਸਿਆ ਵੱਧ ਜੂਗੀ,
ਗਲੋਬਲ ਵਾਰਮਿੰਗ ਅਤੇ ਜਲ ਚੱਕਰ ਵੀ ਕੀ ਹੋਊਗਾ, ਪ੍ਰਭਾਵਿਤ ਹੋਊਗਾ। ਤੇ ਇਹ ਸਾਰੀਆਂ ਸਮੱਸਿਆਵਾਂ ਜੇ ਆਪਾਂ ਜੰਗਲ ਕੱਟਾਂਗੇ ਤਾਂ ਆਉਣਗੀਆਂ। ਹੁਣ ਆਪਣੇ ਕੋਲ ਜੰਗਲ ਜੇ ਹੋਣਗੇ, ਰੁੱਖ ਜੇ ਹੋਣਗੇ ਤਾਂ ਕਾਰਬਨ ਡਾਈਆਕਸਾਈਡ ਦੀ ਮਾਤਰਾ ਉਹ ਸੋਖਦੇ ਰਹਿਣਗੇ, ਗਲੋਬਲ ਵਾਰਮਿੰਗ ਨਹੀਂ ਹੋਊਗੀ ਤੇ ਆਕਸੀਜਨ ਜਿਹੜੀ ਹੈਗੀ ਆਪਾਂ ਨੂੰ ਭਰਪੂਰ ਮਾਤਰਾ 'ਚ ਮਿਲ ਸਕਦੀ ਹੈਗੀ। ਠੀਕ ਹੈ, ਤਾਂ ਬੇਟਾ ਇਸ ਕਰਕੇ ਜੰਗਲਾਂ ਦੀ ਕਟਾਈ ਕਿਸੇ ਵੀ ਤਰੀਕੇ ਦੇ ਨਾਲ ਜਾਇਜ਼ ਨਹੀਂ ਹੈਗੀ। ਬੱਚਿਓ 7ਵਾਂ ਕੁਐਸਚਨ ਆਪਣਾ ਕੀ ਹੈਗਾ, ਆਪਣੇ ਸਥਾਨਕ ਖੇਤਰ ਵਿੱਚ ਹਰਿਆਲੀ ਬਣਾਈ ਰੱਖਣ ਲਈ ਤੁਸੀਂ ਕੀ ਯੋਗਦਾਨ ਪਾ ਸਕਦੇ ਹੋ। ਆਪਣੇ ਦੁਆਰਾ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ ਦੀ ਸੂਚੀ ਬਣਾਓ। ਵੀ ਤੁਹਾਡੇ ਜਿਹੜਾ ਆਸੇ ਪਾਸੇ ਚਾਰ ਚੁਫੇਰੇ ਹਰਿਆਲੀ ਬਣੀ ਰਵੇ, ਰੁੱਖ ਲੱਗੇ ਰਹਿਣ, ਤਾਂ ਉਹਦੇ ਵਾਸਤੇ ਆਪਾਂ ਕੀ ਕਰ ਸਕਦੇ ਹਾਂ। ਆਪਣੇ ਸਥਾਨਕ ਖੇਤਰ ਵਿੱਚ ਹਰਿਆਲੀ ਬਣਾਈ ਰੱਖਣ ਲਈ ਅਸੀਂ ਆਪਣੇ ਖੇਤਰ ਵਿੱਚ ਵੱਧ ਤੋਂ ਵੱਧ ਰੁੱਖ ਲਗਾ ਸਕਦੇ ਹਾਂ। ਅਸੀਂ ਆਪਣੇ ਆਸ-ਪਾਸ ਲੋਕਾਂ ਨੂੰ ਜੰਗਲ ਕੱਟਣ ਤੋਂ ਰੋਕ ਸਕਦੇ ਹਾਂ। ਬੱਚਿਆਂ ਵਿੱਚ ਰੁੱਖਾਂ ਪ੍ਰਤੀ ਜਾਗਰੂਕਤਾ ਪੈਦਾ ਕਰਕੇ ਉਹਨਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕਰਾਂਗੇ। ਨਵੇਂ ਰੁੱਖ ਲਗਾਉਣ ਦੇ ਨਾਲ-ਨਾਲ ਪੁਰਾਣੇ ਰੁੱਖਾਂ ਦੀ ਵੀ ਸੰਭਾਲ ਕਰਾਂਗੇ। ਠੀਕ ਹੈ, ਦੇਖਭਾਲ ਕਰਾਂਗੇ। ਬੇਟਾ ਦੇਖੋ ਕੀ ਹੈ, ਹਰਿਆਲੀ ਕਿਵੇਂ ਬਣੀ ਰਹੂਗੀ, ਜੇ ਰੁੱਖ ਲੱਗਣਗੇ ਤਾਂ ਆਪਾਂ ਵੱਧ ਤੋਂ ਵੱਧ ਆਪਾਂ ਰੁੱਖ ਲਾਈਏ। ਤੇ ਦੂਸਰੀ ਗੱਲ, ਜਿਹੜੇ ਪੁਰਾਣੇ ਰੁੱਖ ਹੈ ਉਹਨਾਂ ਨੂੰ ਕੱਟਣ ਤੋਂ ਰੋਕੀਏ। ਤੀਸਰਾ, ਜਿਹੜੇ ਛੋਟੇ ਬੱਚੇ ਹੈ ਉਹਨਾਂ ਨੂੰ ਜਾਗਰੂਕ ਕਰੀਏ ਵੀ ਰੁੱਖ ਲਗਾਵਾਂਗੇ ਤਾਂ ਆਪਣੇ ਕੀ ਕੀ ਫਾਇਦੇ ਨੇ। ਚੌਥਾ, ਜਿੰਨੇ ਆਪਾਂ ਵੱਧ ਤੋਂ ਵੱਧ ਰੁੱਖ ਲਗਾਵਾਂਗੇ ਕਹਿੰਦਾ ਉਹਦੇ ਨਾਲ ਕਹਿੰਦਾ ਨਾਲ ਆਪਾਂ ਨੇ ਕੀ ਕਰਨਾ ਹੈ, ਜਿਹੜੇ ਆਪਣੇ ਪੁਰਾਣੇ ਰੁੱਖ ਹੈ ਉਹਨਾਂ ਦੀ ਵੀ ਦੇਖਭਾਲ ਕਰਨੀ ਹੈ। ਤਾਂ ਇਹਦੇ ਨਾਲ ਕਹਿੰਦਾ ਕੀ ਹੈ, ਤੁਹਾਡੇ ਚਾਰੇ ਪਾਸੇ ਜਿਹੜੀ ਹਰਿਆਲੀ ਹੈ ਉਹ ਬਣੀ ਰਹੂਗੀ। ਠੀਕ ਹੈ ਬੱਚਿਓ। 8ਵਾਂ ਕੁਐਸਚਨ ਆਪਣਾ ਕੀ ਹੈਗਾ, ਜੰਗਲਾਂ ਦੀ ਅੰਨ੍ਹੇਵਾਹ ਕਟਾਈ ਵਰਖਾ ਨੂੰ ਕਿਵੇਂ ਘਟਾਉਂਦੀ ਹੈ, ਵਿਸਥਾਰ ਸਹਿਤ ਵਰਣਨ ਕਰੋ। ਠੀਕ ਹੈ, ਜੰਗਲ ਕੱਟ ਰਿਹਾ ਤਾਂ ਉਹਦੇ ਨਾਲ ਵਰਖਾ ਕਿਵੇਂ ਘਟ ਰਹੀ ਹੈ। ਖੇਤੀਯੋਗ ਭੂਮੀ, ਉਦਯੋਗ ਆਦਿ ਲਈ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਕੀਤੀ ਜਾ ਰਹੀ ਹੈ। ਠੀਕ ਹੈ, ਆਪਾਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ, ਚਾਹੇ ਆਪਾਂ ਨੂੰ ਖੇਤੀਯੋਗ ਭੂਮੀ ਚਾਹੀਦੀ ਹੈ, ਚਾਹੇ ਘਰ ਬਣਾਉਣੇ ਆ, ਚਾਹੇ ਉਦਯੋਗ ਹੈ, ਉਹਨਾਂ ਲਈ ਕਹਿੰਦਾ ਅੰਨ੍ਹੇਵਾਹ ਬਿਨਾਂ ਸੋਚੇ ਸਮਝੇ ਆਪਾਂ ਜੰਗਲਾਂ ਦੀ ਕਟਾਈ ਕਰ ਰਹੇ ਹਾਂ। ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਦੌਰਾਨ ਪੌਦੇ ਕਾਰਬਨ ਡਾਈਆਕਸਾਈਡ ਸੋਖਦੇ ਅਤੇ ਆਕਸੀਜਨ ਛੱਡਦੇ ਹਨ। ਇਹ ਆਪਾਂ ਨੂੰ ਪਤਾ ਹੈ ਵੀ ਜਦੋਂ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਹੁੰਦੀ ਹੈ ਤਾਂ ਪੌਦੇ ਕਾਰਬਨ ਡਾਈਆਕਸਾਈਡ ਲੈਂਦੇ ਨੇ ਤੇ ਆਕਸੀਜਨ ਛੱਡਦੇ ਨੇ। ਪੌਦਿਆਂ ਦੀ ਕਟਾਈ ਨਾਲ ਵਾਤਾਵਰਣ ਵਿੱਚ ਕਾਰਬਨ ਡਾਈਆਕਸਾਈਡ ਦਾ ਪੱਧਰ ਵੱਧ ਰਿਹਾ ਹੈ, ਜਿਸ ਕਾਰਨ ਤਾਪ ਵੀ ਵੱਧ ਸੋਖਿਆ ਜਾ ਰਿਹਾ ਹੈ। ਠੀਕ ਹੈ, ਹੁਣ ਕਹਿੰਦਾ ਕੀ ਹੈ, ਜਦੋਂ ਪੌਦੇ ਕੱਟਦੇ ਤਾਂ ਉਹਦੇ ਨਾਲ ਕੀ ਹੈ, ਜਿਹੜੇ ਪੌਦਿਆਂ ਨੇ ਕਾਰਬਨ ਡਾਈਆਕਸਾਈਡ ਸੋਖਣੀ ਸੀ ਉਹ ਸੋਖ ਨਹੀਂ ਪਾ ਰਹੇ, ਜਿਹਦੇ ਨਾਲ ਕਹਿੰਦਾ ਕੀ ਹੈਗਾ, ਕਾਰਬਨ ਡਾਈਆਕਸਾਈਡ ਦਾ ਪੱਧਰ ਆਪਣੇ ਵਾਯੂਮੰਡਲ ਦੇ ਵਿੱਚ, ਆਪਣੇ ਵਾਤਾਵਰਣ ਦੇ ਵਿੱਚ ਵੱਧ ਰਿਹਾ ਹੈ। ਤੇ ਜਦੋਂ ਕਾਰਬਨ ਡਾਈਆਕਸਾਈਡ ਵਧੂਗੀ ਤੇ ਵੱਧ ਤੋਂ ਵੱਧ ਤਾਪ ਸੋਖੂਗੇ। ਠੀਕ ਹੈ, ਇਸ ਨਾਲ ਕਹਿੰਦਾ ਆਪਣਾ ਜਲ ਚੱਕਰ ਜਿਹੜਾ ਹੈਗਾ ਉਹ ਪ੍ਰਭਾਵਿਤ ਹੋ ਰਿਹਾ ਹੈ। ਜਦੋਂ ਜਲ ਚੱਕਰ ਪ੍ਰਭਾਵਿਤ ਹੋਊਗਾ ਤਾਂ ਉਹਦੇ ਨਾਲ ਕਹਿੰਦਾ ਕੀ ਹੈ, ਵਰਖਾ ਦੇ ਵਿੱਚ ਵੀ ਕਮੀ ਹੋ ਰਹੀ ਹੈ। ਜਲ ਚੱਕਰ ਦੇ ਪ੍ਰਭਾਵਿਤ ਹੋਣ ਨਾਲ ਵਰਖਾ ਵਿੱਚ ਕਮੀ ਹੋ ਰਹੀ ਹੈ। ਇਸ ਨਾਲ ਹੋਰ ਬਹੁਤ ਸਾਰੀਆਂ ਕੁਦਰਤੀ ਆਫਤਾਂ ਜਿਵੇਂ ਸੋਕਾ, ਹੜ੍ਹ ਆਦਿ ਵੀ ਵੱਧ ਰਹੀਆਂ ਹਨ। ਜਦੋਂ ਕਹਿੰਦਾ ਆਪਣੇ ਕੋਲ ਵਰਖਾ ਨਹੀਂ ਆ ਰਹੀ ਤਾਂ ਉਹਦੇ ਨਾਲ ਤੁਹਾਡੇ ਕੋਲ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਦਾ ਵੀ ਆਪਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈਗਾ। ਠੀਕ ਹੈ ਬੱਚਿਓ। ਆਪਣਾ ਨੈਕਸਟ ਕੁਐਸਚਨ 10th ਕੁਐਸਚਨ ਕੀ ਹੈ, ਸਾਨੂੰ ਕਾਗਜ਼ ਦੀ ਬਚਤ ਕਿਉਂ ਕਰਨੀ ਚਾਹੀਦੀ ਹੈ। ਉਹਨਾਂ ਕਿਰਿਆਵਾਂ ਦੀ ਸੂਚੀ ਬਣਾਓ ਜਿਨ੍ਹਾਂ ਨਾਲ ਤੁਸੀਂ ਕਾਗਜ਼ ਦੀ ਬਚਤ ਕਰ ਸਕਦੇ ਹੋ। ਠੀਕ ਹੈ ਬੇਟਾ, ਕਿਉਂ ਆਪਾਂ ਨੂੰ ਕਾਗਜ਼ ਦੀ ਬਚਤ ਕਰਨੀ ਚਾਹੀਦੀ ਹੈ। 1 ਟਨ ਕਾਗਜ਼ ਪੈਦਾ ਕਰਨ ਲਈ 17 ਹਰੇ ਭਰੇ ਪੌਦੇ ਕੱਟੇ ਜਾਂਦੇ ਹਨ। ਠੀਕ ਹੈ, 1 ਟਨ, ਸਿਰਫ 1 ਟਨ ਜੇ ਕਾਗਜ਼ ਪੈਦਾ ਕਰਨਾ ਉਹਦੇ ਵਾਸਤੇ 17 ਜਿਹੜੇ ਹੈਗੇ ਨੇ ਵੱਡੇ ਹਰੇ ਭਰੇ ਪੌਦਿਆਂ ਨੂੰ ਕੱਟਣਾ ਪੈਂਦਾ ਹੈ। ਠੀਕ ਹੈ, ਪੌਦੇ ਕੁਦਰਤ ਵਿੱਚ ਸੰਤੁਲਨ ਬਣਾਉਣ ਲਈ ਬਹੁਤ ਜ਼ਰੂਰੀ ਨੇ। ਹੁਣ ਇੰਨੇ ਪ੍ਰਸ਼ਨ ਇਸ ਪਾਠ ਦੇ ਪੜ੍ਹ ਕੇ ਤਾਂ ਆਪਾਂ ਨੂੰ ਪਤਾ ਹੀ ਲੱਗ ਗਿਆ ਵੀ ਪੌਦੇ ਆਪਣੇ ਕੁਦਰਤ ਦੇ ਵਿੱਚ ਕਿਵੇਂ ਜ਼ਰੂਰੀ ਨੇ। ਇਸ ਲਈ ਕਹਿੰਦਾ ਸਾਨੂੰ ਕੀ ਹੈ, ਕਾਗਜ਼ ਦੀ ਬਚਤ ਕਰਨੀ ਚਾਹੀਦੀ ਹੈ। ਠੀਕ ਹੈ, ਜੇ ਕਾਗਜ਼ ਦੀ ਆਪਾਂ ਬਚਤ ਕਰਾਂਗੇ ਤਾਂ ਆਪਾਂ ਨੂੰ ਕਾਗਜ਼ ਬਣਾਉਣ ਲਈ ਘੱਟ ਪੌਦੇ ਕੱਟਣੇ ਪੈਣਗੇ। ਠੀਕ ਹੈ, ਤੇ ਤਾਂ ਕਿ ਪੌਦਿਆਂ ਨੂੰ ਕੱਟਣ ਤੋਂ ਬਚਾਇਆ ਜਾ ਸਕੇ। ਅਸੀਂ ਕਾਗਜ਼ ਦੀ ਹੇਠ ਲਿਖੇ ਢੰਗਾਂ ਨਾਲ ਜਿਹੜੀ ਹੈਗੀ ਬਚਤ ਕਰ ਸਕਦੇ ਹਾਂ। ਕਿਵੇਂ ਤੁਸੀਂ ਜਿਹੜੀ ਹੈਗੀ ਕਾਗਜ਼ ਦੀ ਬਚਤ ਕਰ ਸਕਦੇ ਹੋ। ਇੱਕ ਜਿਹੜਾ ਕਾਗਜ਼ ਹੈ, ਜੇ ਉੱਥੇ ਲੋੜ ਪਏ ਉੱਥੇ ਕੁਝ ਤੁਸੀਂ ਜੇ ਉਹਨੂੰ ਦੁਬਾਰਾ ਵਰਤ ਸਕਦੇ ਹੋ ਤਾਂ ਉਹਨੂੰ ਦੁਬਾਰਾ ਵਰਤੋ। ਕਾਗਜ਼ ਦੀ ਦੁਬਾਰਾ ਵਰਤੋਂ ਕਰਕੇ, ਕਾਗਜ਼ ਦਾ ਮੁੜ ਚੱਕਰਨ ਕਰਕੇ, ਸਾਫ਼ ਕਾਗਜ਼ ਦੀ ਪੂਰੀ ਤਰ੍ਹਾਂ ਵਰਤੋਂ ਕਰਕੇ, ਕਾਗਜ਼ ਬਾਰੇ ਬੱਚਿਆਂ ਵਿੱਚ ਜਾਗਰੂਕਤਾ ਪੈਦਾ ਕਰਕੇ, ਜਾਂ ਬੱਚਿਆਂ ਨੂੰ ਸਮਝਾਈਏ ਵੀ ਕਿਸ ਤਰ੍ਹਾਂ ਜਿਹੜੇ ਹੈਗੇ ਨੇ ਕਾਗਜ਼ ਸਾਡੇ ਲਈ ਯੂਜ਼ਫੁਲ ਨੇ ਤੇ ਕਿਵੇਂ ਕਹਿੰਦੇ ਕੀ ਹੈਗਾ ਇਹਨਾਂ ਨੂੰ ਬਣਾਉਣ ਦੇ ਵਿੱਚ ਸਾਡੇ ਇੰਨੇ ਰੁੱਖ ਨਸ਼ਟ ਹੋ ਰਹੇ ਨੇ। ਤਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਆਪਾਂ ਕਾਗਜ਼ ਦੀ ਬਚਤ ਕਰ ਸਕਦੇ ਹਾਂ। ਠੀਕ ਹੈ, ਸਾਫ਼ ਕਾਗਜ਼ ਹੈ ਉਹਦੇ 'ਚ ਇੱਕ ਲਾਈਨ ਮਾਰ ਕੇ ਨਾ ਛੱਡ ਦਿਓ, ਸੁੱਟ ਦਿਓ। ਠੀਕ ਹੈ, ਬਲਕਿ ਉਹਨੂੰ ਕੀ ਕਰੋ, ਉਹਨੂੰ ਪੂਰੀ ਤਰ੍ਹਾਂ ਵਰਤੋਂ ਕਰੋ ਜਿੰਨੀ ਤੁਸੀਂ ਉਹਦੇ ਮੈਕਸਿਮਮ ਯੂਜ਼ ਕਰ ਸਕਦੇ ਹੋ।
ਹੋਪ ਸੋ ਬੇਟਾ ਸਾਰਾ ਚੈਪਟਰ ਤੁਹਾਨੂੰ ਪੂਰੀ ਤਰ੍ਹਾਂ ਸਮਝ ਆਇਆ ਹੋਊਗਾ। ਇਸ ਵਾਰ ਮੈंने ਟੋਟਲੀ ਤੁਹਾਨੂੰ ਪੰਜਾਬੀ ਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਦੈਟ ਕਿ ਤੁਹਾਨੂੰ ਕੋਈ ਵੀ ਕੁਆਇਰੀ ਨਾ ਰਹੇ। ਥੈਂਕ ਯੂ ਐਂਡ ਆਲ ਦਾ ਬੈਸਟ ਫॉर योर एग्जाम। थैंक यू सो मच। टेक केयर।